गुरु जी ने साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारे हो, जो ਆਪਾਂ सतगुरु गुरबाणी गुरु राही उपदेश बख्शिश कर रहे, सानू जीवन नूं समझा रहे कि जदों आप इस संसार दे विच आउंदे हां, साडे मन नूं भेजिया जांदा है इस लोक नूं मिरत मंडल का नाम दिता है कि असीं इत्थे सदा नहीं रह सकते। जदों असी इस संसार च आउंदे हां, साडों पहलां परलोक दे विच दरगाह दे विच मरण लिखा लिया जाता है, फिर सानू ये मिरत मंडल दे विच भेजिया जाता। हुण इत्थे आ गए फिर असी जीवन की बाजी नूं उदों हारदे हां जदों असी इत्थे आके मरना भुल जांदे ते साडा मन दुविधा विच चला जांदा। दुविधा विच जाके असी वैर विरोध ईरखा नफरत करनी शुरू कर दिंदे एक दूसरे नाल। फिर असी ये जीवन की बाजी नूं हारदे, जिहड़ा सानू ये मानस जामा मिलिया पदार्थ दे रूप दे विच, फिर असी ये पदार्थ का लाहा नहीं खटदे, जीवन का लाहा नहीं खटदे। वापस फिर साडे मन नूं आकारां दे विच जाना पैंदा। सतगुरु फरमाउंदे मरण लखाई मंडल में आई, जन्म पदार्थ दुविधा खोवे, आप न चीनस भरम भरम रोवे। हुण मारे कहंदे भी जन्म तो मिले मानस जामा पदार्थ के रूप दे विच, पर पदार्थ जन्म जीवन दुविधा दे विच पै के व्यर्थ ही खराब कर दिता। हुण इस वास्ते फिर कहंदे भी जिन्हें ये दुविधा नूं खत्म कर लिया,
ਕੋਈ ਵਿਰਲੇ ਗੁਰਮੁਖ ਜਿਹੜੇ ਫਿਰ ਇਹ ਦੁਬਦਾ ਨੂੰ ਮਾਰ ਕੇ ਇਹ ਯੋਗ ਕਮਾਉਂਦੇ। ਯੋਗ ਹੁੰਦਾ ਪਰਮਾਤਮਾ ਦੇ ਨਾਲ ਜੁੜਨ, ਵਾਹਿਗੁਰੂ ਦੇ ਨਾਲ ਜੁੜਨ, ਉਹਨੂੰ ਯੋਗ ਕਹਿੰਦੇ। ਮਾਰੇ ਕਹਿੰਦੇ ਐਸਾ ਕਵੀ ਜੋ ਦੁਬਦਾ ਮਾਰ ਗਵਾਵੇ, ਇਸੇ ਮਾਰ ਰਾਜ ਜੋਗ ਕਮਾਵੇ। ਹੁਣ ਜਦ ਤੱਕ ਅਸੀਂ ਇਹ ਦੁਬਦਾ ਨੂੰ ਮਾਰਦੇ ਨਹੀਂ, ਉਹਨਾਂ ਸਮਾਂ ਜੀਵ ਜਿੰਨੇ ਮਰਜ਼ੀ ਜਪ ਤਪ ਕਰੀ ਜਾਵੇ, ਜਿੰਨੇ ਮਰਜ਼ੀ ਤੀਰਥਾਂ 'ਤੇ ਜਾ ਵੜੇ, ਜਿੰਨਾ ਮਰਜ਼ੀ ਇਹ ਸੋਚ ਸੰਜਮ ਰੱਖੀ ਚੱਲੇ, ਜਦ ਤੱਕ ਇਹ ਦੁਬਦਾ ਨਹੀਂ ਮਾਰਦਾ, ਉਹਨਾਂ ਸਮਾਂ ਸਾਡਾ ਕੀਤਾ ਹੋਇਆ ਇਹ ਥਾਈ ਪੈਂਦਾ ਨਹੀਂ। ਮਾਰੇ ਫਰਮਾਉਂਦੇ ਇਸ ਮਾਰੀ ਬਿਨ ਥਾਏ ਨਾ ਪਰੇ, ਕੋਟ ਕਰਮ ਜਪ ਤਪ ਕਰੇ। ਸਤਿਗੁਰੂ ਕਹਿੰਦੇ ਵੀ ਜੀਵ ਕਰੋੜਾਂ ਹੀ ਜਪ ਤਪ ਕਰੀ ਚੱਲੇ, ਜਦ ਤੱਕ ਉਹਦੇ ਅੰਦਰ ਦੁਬਦਾ ਹੈ, ਉਹਦਾ ਕੀਤਾ ਹੋਇਆ ਇਹ ਕਿਸੇ ਥਾਈ ਪੈਂਦਾ ਨਹੀਂ। ਹੁਣ ਇਹ ਦੁਬਦਾ ਨੂੰ ਗੁਰਬਾਣੀ ਗੁਰੂ ਵਿੱਚ ਬੌਰੀ ਆਖੀ ਵੀ ਜਿਹੜੇ ਮਨ ਨੂੰ ਲੱਗ ਜਾਂਦੀ, ਜਿਹਨੂੰ ਚੁੰਬੜ ਜਾਂਦੀ, ਉਹਨੂੰ ਵੀ ਬੌਰਾ ਕਰ ਦਿੰਦੀ, ਉਹਨੂੰ ਵੀ ਕਮਲਾ ਕਰ ਦਿੰਦੀ। ਤੇ ਇਸ ਦੁਬਦਾ 'ਚ ਪਿਆ ਹੋਇਆ ਜੀਵ ਫੇਰ ਹੀ ਜੀਵਨ ਦੀ ਬਾਜੀ ਨੂੰ ਹਾਰਦਾ, ਫੇਰ ਹੀ ਵਾਪਸ ਜੂਨਾਂ 'ਚ ਜਾਂਦਾ। ਮਾਰੇ ਫਰਮਾਉਂਦੇ ਦੁਬਦਾ ਬੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ, ਲਿਬਟ ਰਹੀ ਹੁਣ ਬੰਦ ਨਾ ਪਾਇਆ। ਹੁਣ ਸਤਿਗੁਰੂ ਕਹਿੰਦੇ ਵੀ ਇਹ ਦੁਬਦਾ ਬੌਰੀ, ਵੀ ਦੁਬਦਾ 'ਚ ਨਾ ਜਾਣ ਤੋਂ ਮਨ। ਹੁਣ ਦੁਬਦਾ ਹੈ ਕੀ ਹੈ? ਜਦੋਂ ਅਸੀਂ ਇੱਧਰ ਆ ਕੇ ਭਰਮ 'ਚ ਪੈ ਜਾਂਦੇ, ਤ੍ਰੈ ਗੁਣਾਂ ਦੇ ਵਿੱਚ, ਵਿਚਾਰਾਂ 'ਚ। ਇਹ ਵਿਚਾਰਾਂ ਦਾ ਜਦੋਂ ਸਾਡਾ ਕਿਸੇ ਨਾਲ ਟਕਰਾਅ ਹੁੰਦਾ, ਜਿਹਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ, ਉਹਦੇ ਪਰਥਾਏ ਸਾਡੇ ਅੰਦਰ ਦੁਬਦਾ ਹੁੰਦੀ, ਬੈਰ ਵਿਰੋਧ ਹੁੰਦਾ। ਜਦੋਂ ਸਾਡਾ ਵਿਚਾਰਾਂ ਦਾ ਟਕਰਾਅ ਹੁੰਦਾ, ਜਿਵੇਂ ਹੁਣ ਆਪਣਾ ਪਰਿਵਾਰ ਹੈ, ਇੱਕ ਟੀਮ ਬਣਾਈ ਖੇਲਣ ਵਾਸਤੇ। ਹੁਣ ਇਹਨਾਂ ਪੰਜਾਂ ਦਾ ਜਿਹੜਾ ਖੇਲਣ ਦਾ ਤਰੀਕਾ ਹੈ, ਇਹ ਸਾਡੀ ਟੀਮ ਦੇ ਵਿੱਚ ਹੀ ਦੁਬਦਾ ਪੈਦਾ ਕਰਦੀ। ਦੁਬਦਾ ਕਿਵੇਂ ਪੈਦਾ ਕਰਦੀ? ਸਾਡੇ ਵਿਚਾਰ ਬਦਲ ਦਿੰਦੇ। ਇੱਕ ਦੇ ਵਿਚਾਰ ਰਜੋਗੁਣੀ ਕਰਤੇ, ਇੱਕ ਦੇ ਤਮੋਗੁਣੀ ਕਰਤੇ, ਇੱਕ ਦੇ ਸਤੋਗੁਣੀ ਕਰਤੇ। ਹੁਣ ਜਦੋਂ ਸਾਡੇ ਵਿਚਾਰ ਬਦਲ ਜਾਂਦੇ, ਫਿਰ ਇੱਕ ਦੂਸਰੇ ਦੇ ਨਾਲ ਸਾਡੇ ਵਿਚਾਰ ਰਲਦੇ। ਜਿਹੜਾ ਰਜੋਗੁਣ ਵਾਲਾ ਕਹਿੰਦਾ, ਉਹ ਤਮੋਗੁਣ ਵਾਲਾ ਨਹੀਂ ਮੰਨਦਾ। ਜਿਹੜਾ ਤਮੋਗੁਣ ਵਾਲਾ ਕਹਿੰਦਾ, ਉਹ ਰਜੋਗੁਣ ਵਾਲਾ ਨਹੀਂ ਮੰਨਦਾ। ਉਹਨਾਂ ਦੇ ਆਪਸ ਵਿੱਚ ਵਿਚਾਰ ਨਹੀਂ ਮਿਲਦੇ, ਵਿਚਾਰਾਂ ਦਾ ਟਕਰਾਅ। ਜਿਨ੍ਹਾਂ ਦੇ ਵਿਚਾਰ ਵੱਖਰੇ ਵੱਖਰੇ, ਉਹਨਾਂ ਨੂੰ ਛੋਟੀ ਛੋਟੀ ਗੱਲ 'ਤੇ ਫਿਰ ਦੁਬਦਾ ਪੈਦਾ ਹੋਈ ਜਾਂਦੀ। ਦੇਖ ਦੇਖ ਕੇ ਇੱਕ ਦੂਸਰੇ ਨੂੰ ਉਹਨਾਂ ਦੇ ਅੰਦਰ ਦੁਬਦਾ ਪੈਦਾ ਹੋ ਜਾਂਦੀ, ਬੈਰ ਵਿਰੋਧ ਪੈਦਾ ਹੋ ਜਾਂਦੀ। ਵਿਚਾਰਾਂ ਦਾ ਟਕਰਾਅ ਹੁੰਦਾ ਮਾੜੀ ਮਾੜੀ ਗੱਲ 'ਤੇ, ਅਤੇ ਫਿਰ ਇਹ ਦੁਬਦਾ ਪੈਦਾ ਹੁੰਦੀ। ਅਤੇ ਫਿਰ ਅਸੀਂ ਇਹ ਜੀਵਨ ਦੀ ਬਾਜੀ ਨੂੰ ਹਾਰਦੇ ਹਾਂ। ਜਦੋਂ ਦੁਬਦਾ 'ਚ ਪੈ ਜਾਂਦਾ ਜੀਵ, ਜਿਹਦੇ ਨਾਲ ਵਿਚਾਰ ਨਹੀਂ ਮਿਲਦੇ, ਉਹਦੀ ਫਿਰ ਅੱਗੇ ਨਿੰਦਿਆ ਸ਼ੁਰੂ ਕਰ ਦਿੰਦਾ। ਜਦੋਂ ਉਹਦੀ ਨਿੰਦਿਆ ਕਰੇਗਾ, ਉਹ ਮਨ ਹੋਰ
ਮੈਲਾ ਹੋ ਜਾਏਗਾ ਗਾ, ਉਹਦੇ 'ਤੇ ਹੋਰ ਮੈਲ ਚੜ੍ਹਦੀ ਜਾਂਦੀ। ਫਿਰ ਅੱਗੇ ਦੇ ਅੱਗੇ ਵੱਧਦਾ ਜਾਂਦਾ। ਜਦੋਂ ਵਿਚਾਰਾਂ ਦਾ ਟਕਰਾਅ, ਇਹਦੇ ਵੈਰ ਵਿਰੋਧ, ਨਿੰਦਿਆ, ਚੁਗਲੀ, ਹਉਮੈ, ਹੰਕਾਰ, ਇਹਦੇ ਗਾਂਹ ਦੀ ਗਾਂਹ ਚੱਲ ਪੈਂਦੇ ਸਾਰਾ ਕੁਛ। ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਦੁਰਮਤ ਦੀ ਅਗਨ ਇਹ ਸਾਰੇ ਜਗਤ ਨੂੰ ਸਾੜਦੀ ਹੈ। ਫਿਰ ਇੱਦਾਂ ਪਰਿਵਾਰਾਂ ਦੇ ਵਿੱਚ ਜਦੋਂ ਵਿਚਾਰਾਂ ਦਾ ਟਕਰਾਅ ਹੁੰਦਾ, ਇਹਦੇ ਦੁਰਮਤ ਦੀ ਅਗਨ ਦੇ ਵਿੱਚ ਮਨ ਜਲਦੇ ਨੇ, ਮਨ ਸੜਦੇ। ਸਤਿਗੁਰੂ ਫਰਮਾਉਂਦੇ ਦੁਰਮਤ ਅਗਨ ਜਗਤ ਪਰ ਜਾਰੇ, ਇਹ ਦੁਰਮਤ ਦੀ ਅਗਨ ਸਾਰੇ ਜਗਤ ਨੂੰ ਸਾੜਦੀ। ਹੁਣ ਇਹ ਤੋਂ ਫਿਰ ਬਚਿਆ ਕਿਵੇਂ ਜਾਵੇ? ਸਤਿਗੁਰੂ ਕਹਿੰਦੇ ਬਚਿਆ ਜਾ ਸਕਦਾ ਜੇ ਅਸੀਂ ਸ਼ਬਦ ਦੀ ਵਿਚਾਰ ਕਰੀਏ। ਜੇਕਰ ਬਾਣੀ ਗੁਰੂ ਦੀ ਵਿਚਾਰ ਕਰੀਏ ਫਿਰ ਅਸੀਂ ਇਹ ਅਗਨ ਤੋਂ ਬਚ ਸਕਦੇ, ਫਿਰ ਇਹ ਦੁਬਦਾ ਤੋਂ ਬਚ ਸਕਦੇ। ਸਤਿਗੁਰੂ ਕਹਿੰਦੇ ਸੋ ਉਭਰੇ ਜੋ ਗੁਰ ਸ਼ਬਦ ਵਿਚਾਰੇ। ਵੀ ਜਦੋਂ ਅਸੀਂ ਸ਼ਬਦ ਗੁਰੂ ਦੀ ਨਾਮ ਦੀ ਵਿਚਾਰ ਕਰਾਂਗੇ ਤੇ ਅਸੀਂ ਇਹ ਤੋਂ ਉੱਭਰ ਜਾਵਾਂਗੇ। ਫਿਰ ਅਸੀਂ ਇਹ ਸੰਸਾਰ ਸਾਗਰ, ਭਵ ਸਾਗਰ ਜਿਹੜਾ ਵਿਚਾਰਾਂ ਦਾ, ਇਹ ਤੋਂ ਪਾਰ ਹੋ ਜਾਵਾਂਗੇ। ਨਹੀਂ ਤਾਂ ਜਦ ਤੱਕ ਅਸੀਂ ਸ਼ਬਦ ਦੀ ਵਿਚਾਰ ਨਹੀਂ ਕਰਦੇ, ਸ਼ਬਦ ਗੁਰੂ ਨਾਲ ਜੁੜਦੇ ਨਹੀਂ, ਉਹਨਾਂ ਸਮਾਂ ਫਿਰ ਇਹ ਦੁਬਦਾ ਦੇ ਵਿੱਚ ਪਿਆ ਹੋਇਆ ਜਗਤ ਫਿਰ ਇਹ ਡੁੱਬਦਾ ਹੈ ਭਵ ਸਾਗਰ ਦੇ ਵਿੱਚ। ਮਾਰੇ ਕਹਿੰਦੇ ਬਿਨ ਸ਼ਬਦੇ ਭਵ ਜਲ ਕਿਉਂ ਤਰੀਏ, ਹਉਮੈ ਰੋਗ ਜਗਤ ਵਿਆਪਿਆ, ਦੁਬਦਾ ਡੁੱਬ ਡੁੱਬ ਮਰੀਏ। ਵੀ ਇਹ ਜਗਤ ਦੇ ਵਿੱਚ ਜੀਵ ਦੁਬਦਾ 'ਚ ਪਏ ਹੋਏ ਡੁੱਬ ਡੁੱਬ ਮਰਦੇ। ਵਾਰ ਵਾਰ ਜੀਵ ਆਕਾਰਾਂ ਦੇ ਵਿੱਚ ਆਉਂਦੇ ਜਾਂਦੇ, ਦੁੱਖ ਭੋਗਦੇ। ਅਤੇ ਸਤਿਗੁਰੂ ਕਹਿੰਦੇ ਸ਼ਬਦ ਤੋਂ ਬਿਨਾਂ ਇਹ ਭਵ ਸਾਗਰ ਤੋਂ ਤਰਿਆ ਨਹੀਂ ਜਾ ਸਕਦਾ। ਸ਼ਬਦ ਤੋਂ ਬਿਨਾਂ ਅਸੀਂ ਇਹ ਜਿਹੜਾ ਸੰਸਾਰ ਸਾਗਰ ਜਿਹਨੂੰ ਵਿਚਾਰਾਂ ਦਾ ਇਹ ਭਵ ਸਾਗਰ, ਹੁਣ ਸ਼ਬਦ ਦੁਆਰਾ ਤਰਨਾ ਇਸ ਜੋ ਮਾਰੇ ਸਾਨੂੰ ਰੋਜ਼ ਸਮਝਾਉਂਦੇ, ਭਵ ਜਲ ਬਿਖਮ ਅਸਗਾਹੋ ਗੁਰ ਸ਼ਬਦੀ ਵਾਰ ਪਾਹੇ। ਗੁਰੂ ਦੇ ਸ਼ਬਦ ਦੁਆਰਾ ਅਸੀਂ ਇਹਨੂੰ ਪਾਰ ਹੋਣਾ। ਹੁਣ ਜਦ ਤੱਕ ਅਸੀਂ ਦੁਬਦਾ 'ਚ, ਸਾਨੂੰ ਉਹ ਸ਼ਬਦ ਗੁਰੂ ਦਾ ਭੇਤ ਨਹੀਂ ਆਉਂਦਾ। ਤਾਂਹੀਓ ਮਾਰੇ ਕਹਿੰਦੇ ਵੀ ਨਾ ਉਹ ਸ਼ਬਦ ਗੁਰੂ ਦਾ ਭੇਤ ਹੋਣ ਕਰਕੇ, ਨਾ ਸ਼ਬਦ ਦੀ ਵਿਚਾਰ ਕਰਨ ਕਰਕੇ ਸਾਡੇ ਵਿਚਾਰ ਵੱਖੋ ਵੱਖਰੇ। ਨਹੀਂ ਤਾਂ ਗੁਰਬਾਣੀ ਇੱਕ, ਸ਼ਬਦ ਗੁਰੂ ਇੱਕ, ਫਿਰ ਸਾਰਿਆਂ ਦੀ ਵਿਚਾਰ ਵੀ ਇੱਕੋ ਹੀ ਹੋਣੀ ਚਾਹੀਦੀ, ਵਿਚਾਰ ਵੱਖੋ ਵੱਖਰੀ ਕਾਹਤੇ? ਸਤਿਗੁਰੂ ਕਹਿੰਦੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਹੁਣ ਜਿੰਨੇ ਭਗਤ ਹੋਏ ਸਾਰਿਆਂ ਦੀ ਵਿਚਾਰ ਇੱਕ, ਜੋ ਗੁਰੂ ਸਾਹਿਬ ਕਹਿ ਰਹੇ ਉਹੀਓ ਭਗਤ ਕਹਿ ਰਹੇ, ਉਹੀਓ ਸੰਤ ਕਹਿ ਰਹੇ, ਉਹੀਓ ਗੁਰਸਿੱਖ ਕਹਿ ਰਹੇ। ਸਿਰਫ ਭਾਸ਼ਾ ਦਾ ਫਰਕ ਹੈ। ਜਿਹੜੇ ਜਿਹੜੇ ਇਲਾਕੇ ਵਿੱਚ ਭਗਤ ਹੋਏ ਉਹਨਾਂ ਨੇ ਉੱਥੇ ਦੀ ਜਿਹੜੀ ਪ੍ਰਚਲਿਤ ਭਾਸ਼ਾ ਸੀ ਉਹ ਭਾਸ਼ਾ 'ਚ ਸਮਝਾ ਦਿੱਤਾ ਸਾਨੂੰ। ਸਾਰਿਆਂ ਦੀ ਵਿਚਾਰਧਾਰਾ ਜਿਹੜੀ ਉਹ ਇੱਕੋ ਹੀ ਹੈ ਅਤੇ ਸਿਰਫ ਭਾਸ਼ਾ ਦਾ ਫਰਕ ਹੈ। ਹੁਣ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਉਹਨਾਂ ਦੀ ਵਿਚਾਰਧਾਰਾ ਦਾ ਦੇਖੋ ਵੀ ਜਦੋਂ ਗੁਰਬਾਣੀ ਵੀ ਨਹੀਂ ਸੀ ਹਜੇ, ਉਹਨਾਂ ਦੀ ਤਾਂ ਵੀ ਵਿਚਾਰਧਾਰਾ ਇੱਕ ਹੈ। ਹੁਣ ਆਪਣੇ ਕੋਲ ਸਤਿਗੁਰੂ ਵਿਰਾਜਮਾਨ ਨੇ, ਸਾਡੀ ਫਿਰ ਵੀ ਵਿਚਾਰਧਾਰਾ ਵੱਖੋ ਵੱਖਰੀ ਹੈ। ਫਰਕ ਕਿੱਥੇ ਪੈ ਗਏ ਵੀ ਉਹਨਾਂ ਦੀ ਵਿਚਾਰਧਾਰਾ ਕਾਹਤੋਂ ਇੱਕ ਹੈ? ਕਿਉਂਕਿ ਉਹ ਇੱਕ ਨਾਲ ਜੁੜੇ ਹੋਏ ਨੇ, ਉਹ ਇੱਕੋ ਸ਼ਬਦ ਗੁਰੂ ਨਾਲ ਜੁੜੇ ਨੇ।
ਜਿਸ ਸ਼ਬਦ ਗੁਰੂ ਨਾਲ ਜੁੜ ਕੇ ਅਸੀਂ ਇਸ ਸੰਸਾਰ ਸਾਗਰ ਤੋਂ ਭਵ ਸਾਗਰ ਤੋਂ ਪਾਰ ਹੋਣਾ, ਜਿਹੜਾ ਉਹ ਸ਼ਬਦ ਦੇ ਨਾਲ ਜੁੜ ਗਿਆ, ਨਾਮ ਦੇ ਨਾਲ ਜੁੜ ਗਿਆ, ਉਹ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਤੇ ਉਹਨਾਂ ਦੀ ਵਿਚਾਰਧਾਰਾ ਇੱਕ ਹੋਏਗੀ। ਇੱਕ ਜਿਵੇਂ ਇੱਥੇ ਬੈਠਾ ਜਿਹੜਾ ਸ਼ਬਦ ਗੁਰੂ ਨਾਲ ਜੁੜਿਆ, ਤੇ ਦੂਸਰਾ ਗੁਰਮੁਖ ਸੰਸਾਰ ਦੇ ਕਿਸੇ ਦੇਸ਼ ਵਿੱਚ ਕਿਸੇ ਕੋਨੇ ਵਿੱਚ ਬੈਠਾ, ਉਹਦੀ ਤੇ ਆਪਣੀ ਵਿਚਾਰਧਾਰਾ ਇੱਕ ਹੋਏਗੀ, ਕੋਈ ਫਰਕ ਨਹੀਂ ਹੋਏਗਾ। ਸਿਰਫ ਭਾਸ਼ਾ ਦਾ ਫਰਕ ਹੋ ਸਕਦਾ ਵੀ ਉਹ ਜਿਹੜੇ ਦੇਸ਼ ਵਿੱਚ ਹੋਏਗਾ, ਜਿਹੜੇ ਇਲਾਕੇ ਵਿੱਚ ਹੋਏਗਾ, ਉਹ ਉੱਥੇ ਦੀ ਭਾਸ਼ਾ ਬੋਲੇਗਾ, ਆਪ ਦੀ ਭਾਸ਼ਾ ਬੋਲਾਂਗੇ, ਪਰ ਵਿਚਾਰ ਇੱਕੋ ਹੀ ਹੋਏਗੀ। ਜੋ ਉਹ ਆਖੇਗਾ ਉਹੀ ਆਪਾਂ ਆਖਾਂਗੇ, ਜੋ ਆਪਾਂ ਆਖਾਂਗੇ ਉਹੀ ਉਹ ਆਖੇਗਾ, ਕਿਉਂਕਿ ਉਹ ਵੀ ਉਹ ਸ਼ਬਦ ਨਾਲ ਜੁੜਿਆ, ਨਾਮ ਦੇ ਨਾਲ, ਜਿਹੜਾ ਆਪਣੇ ਅੰਦਰ ਚੱਲ ਰਿਹਾ ਉਹੀ ਉਹਦੇ ਅੰਦਰ ਚੱਲ ਰਿਹਾ, ਕਿਉਂਕਿ ਸਭ ਦੇ ਅੰਦਰ ਸ਼ਬਦ ਇੱਕੋ ਹੀ ਚੱਲਦਾ, ਨਾਮ। ਹੁਣ ਇਸ ਵਾਸਤੇ ਫਿਰ ਉਹਨਾਂ ਦੀ ਵਿਚਾਰਧਾਰਾ ਤਾਂ ਇੱਕ ਹੈ ਭਗਤਾਂ ਦੀ, ਗੁਰੂ ਸਾਹਿਬਾਨਾਂ ਦੀ, ਕਿ ਉਹ ਇੱਕੋ ਸ਼ਬਦ ਨਾਲ ਜੁੜੇ ਹੋਏ। ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ, ਸ਼ਬਦ ਗੁਰੂ ਸੁਰਤ ਧੁਨ ਚੀਲਾ, ਵੀ ਸਾਡਾ ਸ਼ਬਦ ਗੁਰੂ ਹੈ ਤੇ ਸਾਡੀ ਜਿਹੜੀ ਸੁਰਤੀ ਮਨ ਉਹ ਸ਼ਬਦ ਗੁਰੂ ਦਾ ਚੇਲਾ। ਹੁਣ ਇਸੇ ਤਰ੍ਹਾਂ ਹੀ ਜਿਵੇਂ ਗੁਰੂ ਨਾਨਕ ਪਾਤਸ਼ਾਹ ਸੰਸਾਰ ਵਿੱਚ ਆਏ, ਉਹਨਾਂ ਨੇ ਆ ਕੇ ਸਾਨੂੰ ਉਹ ਸ਼ਬਦ ਗੁਰੂ ਨਾਲ ਜੋੜੇ। ਜਿਸ ਨਾਮ ਨੂੰ ਅਸੀਂ ਭੁੱਲ ਚੁੱਕੇ ਸੀ, ਜਿਸ ਸ਼ਬਦ ਨਾਲ ਸਾਡੀ ਲਿਵ ਟੁੱਟ ਚੁੱਕੀ ਹੈ, ਸਾਨੂੰ ਉਹ ਸ਼ਬਦ ਗੁਰੂ ਦਾ ਭੇਦ ਦਿੱਤਾ। ਹੁਣ ਉਹਨਾਂ ਨੂੰ ਸਤਿਗੁਰ ਦਾ ਖਿਤਾਬ ਸੀ, ਤੇ ਉਹੀ ਸਤਿਗੁਰ ਦਾ ਖਿਤਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਦਿੱਤਾ। ਜੇ ਤਾਂ ਹੁਣ ਉਹ ਆਕਾਰ ਦੇ ਵਿੱਚ ਹੁੰਦੇ, ਇਹ ਆਪਾਂ ਉਹਨਾਂ ਪਾਸ ਜਾਂਦੇ, ਆਪਾਂ ਉਹਨਾਂ ਤੋਂ ਸਿੱਧਾ ਪੁੱਛ ਲੈਂਦੇ ਵੀ ਅਸੀਂ ਪਰਮਾਤਮਾ ਨੂੰ ਮਿਲਣਾ ਹੈ, ਵੀ ਅਸੀਂ ਕਿਵੇਂ ਮਿਲੀਏ, ਸਾਨੂੰ ਦੱਸੋ, ਆਪਾਂ ਨੂੰ ਸਿੱਧਾ ਸਮਝਾ ਦਿੰਦੇ। ਹੁਣ ਉਹ ਆਪ ਦਾ ਸੱਚ ਵਿੱਚ ਲੀਨ ਹੋ ਗਈ, ਮਾਲਕ ਦੇ ਵਿੱਚ ਸਮਾ ਗਈ ਸਦਾ ਵਾਸਤੇ। ਇਹ ਆਪਾਂ ਨੂੰ ਕਹਿ ਗਈ ਵੀ ਤੁਸੀਂ ਜੋ ਵੀ ਪੁੱਛਣਾ ਚਾਹੁੰਦੇ ਹੋ, ਇਹ ਸਤਿਗੁਰ ਤੁਹਾਡੇ ਕੋਲ ਨੇ, ਤੁਸੀਂ ਇਹਨਾਂ ਤੋਂ ਪੁੱਛ ਲਿਓ। ਹੁਣ ਇਸ ਕਰਕੇ ਫਿਰ ਆਪਾਂ ਜਦੋਂ ਇਹਨਾਂ ਪਾਸ ਆਉਂਦੇ ਹਾਂ, ਸਤਿਗੁਰਾਂ ਤੋਂ ਪੁੱਛਦੇ ਹਾਂ ਵੀ ਅਸੀਂ ਇਹ ਸੰਸਾਰ ਸਾਗਰ ਨੂੰ ਕਿਵੇਂ ਪਾਰ ਕਰੀਏ, ਕਿਵੇਂ ਅਸੀਂ ਆਪਦੇ ਦੇਸ਼ ਜਾਈਏ, ਕਿਵੇਂ ਅਸੀਂ ਪਰਮਾਤਮਾ ਨੂੰ ਮਿਲੀਏ। ਇਹ ਫਿਰ ਸਤਿਗੁਰੂ ਆਪਾਂ ਨੂੰ ਦੱਸਦੇ ਵੀ ਤੁਸੀਂ ਸ਼ਬਦ ਗੁਰੂ ਨਾਲ ਜੁੜੋ, ਉਹ ਸ਼ਬਦ ਗੁਰੂ ਹੀ ਤੁਹਾਨੂੰ ਇਹ ਭਵ ਸਾਗਰ ਤੋਂ ਪਾਰ ਲਿਜਾ ਸਕਦਾ। ਹੁਣ ਉਹ ਸ਼ਬਦ ਗੁਰੂ ਦੇ ਨਾਲ ਸਾਨੂੰ ਫਿਰ ਗੁਰਬਾਣੀ ਗੁਰੂ ਜੋੜਦੇ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਜਿਹੜੇ ਜੀਵਾਂ ਨੇ ਮੰਨਿਆ, ਮੰਨਣਾ ਕੀ ਵੀ ਜਿਨ੍ਹਾਂ ਨੇ ਉਹਨਾਂ ਦੇ ਬਚਨਾਂ ਨੂੰ ਮੰਨਿਆ, ਜਿਨ੍ਹਾਂ ਨੇ ਉਹਨਾਂ ਦੇ ਬਚਨਾਂ ਨੂੰ ਕਮਾਇਆ, ਉਹ ਇਹ ਭਵ ਸਾਗਰ ਤੋਂ ਪਾਰ ਹੋ ਗਏ। ਉਹ ਸ਼ਬਦ ਗੁਰੂ ਨਾਲ ਜੁੜ ਗਏ, ਉਹਨਾਂ ਨੂੰ ਨਾਮ ਦਾ ਭੇਤ ਆ ਗਿਆ। ਜਿਵੇਂ ਮਹਾਰਾਜ ਕਹਿੰਦੇ ਵੀ ਅਸੀਂ ਬ੍ਰਹਮ ਦੀ ਵਿਚਾਰ ਕਰਦੇ ਹਾਂ, ਉਹ ਕਥਾ ਕਹਾਣੀ ਕਰਦੇ। ਜਿਹੜਾ ਸਤਿਗੁਰੂ ਕਹਿੰਦੇ ਵੀ ਧਿਆਨ ਨਾਲ ਸੁਣਦਾ ਇਹਨਾਂ ਬਚਨਾਂ ਨੂੰ ਤੇ ਸੁਣ ਕੇ ਮਨ ਦਾ ਕਮਾਉਂਦਾ, ਉਹ ਇਹ ਭਵ ਸਾਗਰ ਤੋਂ ਪਾਰ ਹੋ ਜਾਂਦਾ। ਮਹਾਰਾਜ ਫਰਮਾਉਂਦੇ, ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ ਸੋ ਉਤਰੇ ਪਾਰ। ਕਿ ਜਿਹੜਾ ਸੁਣਦਾ ਤੇ ਸੁਣ ਕੇ ਕਮਾਉਂਦਾ ਮਨ ਦਾ, ਉਹ ਪਾਰ ਹੋ ਜਾਂਦਾ ਭਵ ਸਾਗਰ 'ਚ। ਹੁਣ ਇਸੇ ਤਰ੍ਹਾਂ ਹੀ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਿਆ, ਉਹਨਾਂ ਦੇ ਬਚਨਾਂ ਨੂੰ ਮੰਨਿਆ, ਉਹ ਸ਼ਬਦ ਗੁਰੂ ਨਾਲ ਜੁੜ ਗਏ।
ਹੁਣ ਇਸੇ ਤਰ੍ਹਾਂ ਹੀ ਗੁਰਬਾਣੀ ਗੁਰੂ ਜਿਨ੍ਹਾਂ ਨੇ ਇਹਨਾਂ ਦੇ ਬਚਨਾਂ ਨੂੰ ਮੰਨੇ, ਜਿਹੜੇ ਇਹਨਾਂ ਦੇ ਬਚਨਾਂ ਨੂੰ ਕਮਾਉਂਦੇ, ਉਹਨੂੰ ਫਿਰ ਸ਼ਬਦ ਗੁਰੂ ਤੱਕ ਲੈ ਜਾਂਦੇ, ਟੁੱਟੀ ਹੋਈ ਸਾਡੀ ਨਾਮ ਦੇ ਨਾਲ ਗੰਢ ਦਿੰਦੇ। ਆਈਆਂ ਮਾਰੇ ਫਰਮਾਉਂਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੀ। ਗੁਰਬਾਣੀ ਗੁਰੂ ਕਹਿੰਦੇ ਵੀ ਜਿਹੜਾ ਸਿੱਖ ਮੰਨਦਾ ਉਹਨੂੰ ਪ੍ਰਤੱਖ ਸ਼ਬਦ ਗੁਰੂ ਦੇ ਲਿਜਾ ਕੇ ਸਨਮੁਖ ਖੜਾ ਕਰ ਦਿੰਦੇ, ਸਾਡੀ ਟੁੱਟੀ ਹੋਈ ਨਾਮ ਦੇ ਨਾਲ ਗੰਢ ਦਿੰਦੀ, ਜੋੜ ਦਿੰਦੀ। ਫਿਰ ਅਸੀਂ ਉਹ ਨਾਮ ਨੂੰ ਪਕੜ ਕੇ ਇਹ ਭਵ ਸਾਗਰ ਤੋਂ ਪਾਰ ਹੋਣਾ। ਜਦ ਤੱਕ ਅਸੀਂ ਹੁਣ ਉਹ ਨਾਮ ਦੇ ਨਾਲ ਜੁੜਦੇ ਨਹੀਂ, ਨਾਮ ਦਾ ਭੇਦ ਨਹੀਂ ਆਉਂਦਾ, ਉਹਨਾਂ ਸਮਾਂ ਅਸੀਂ ਜੀਵਨ ਮੁਕਤ ਹੋ ਨਹੀਂ ਸਕਦੇ। ਤਾਈਆਂ ਮਾਰੇ ਕਹਿੰਦੇ ਵੀ ਦੁਬਿਧਾ ਦੇ ਵਿੱਚ ਪਿਆ ਹੋਇਆ ਜੀਵ ਉਹ ਨਾਮ ਤੱਕ ਤਾਂ ਪਹੁੰਚ ਹੀ ਨਹੀਂ ਸਕਦਾ, ਉਹਨੂੰ ਨਾਮ ਦਾ ਭੇਦ ਹੀ ਨਹੀਂ ਆਉਂਦਾ। ਤਾਈਆਂ ਉਹ ਫਿਰ ਜੀਵਨ ਦੀ ਬਾਜੀ ਨੂੰ ਹਾਰਦਾ ਅਤੇ ਵਾਪਸ ਜੂਨਾਂ 'ਚ ਜਾਂਦਾ ਪੇਰ ਆਕਾਰਾਂ ਦੇ ਵਿੱਚ, ਕਿਉਂਕਿ ਉਹ ਦੁਬਿਧਾ ਦੇ ਵਿੱਚ ਪਿਆ ਹੋਇਆ ਉਹ ਕਿਹੜੀ ਵਿਧੀ ਤਰੀਕਾ ਅਪਣਾਉਂਦਾ। ਸਤਿਗੁਰੂ ਫਰਮਾਉਂਦੇ ਵੈਰ ਵਿਰੋਧ, ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋ, ਆਹੂੰ ਜੁਗਤ ਬਿਹਾਨੇ ਕਈ ਜਨਮ। ਵੀ ਉਹ ਦੁਬਿਧਾ 'ਚ ਪਿਆ ਹੋਇਆ ਵੈਰ ਵਿਰੋਧ, ਈਰਖਾ ਨਫ਼ਰਤ ਕਰਦਾ ਅਤੇ ਇਹ ਜੁਗਤ ਹੀ ਅਪਣਾਉਂਦਾ ਅਤੇ ਵਾਪਸ ਫਿਰ ਜੂਨਾਂ 'ਚ ਫਿਰ ਆਕਾਰਾਂ ਦੇ ਵਿੱਚ ਮੁੜ ਜਾਂਦਾ। ਹੁਣ ਇਸ ਵਾਸਤੇ ਸਤਿਗੁਰੂ ਕਹਿੰਦੇ ਵੀ ਜਦ ਤੱਕ ਜੀਵ ਇਹ ਵੈਰ ਵਿਰੋਧ ਨਹੀਂ ਛੱਡਦਾ, ਇਹ ਦੁਬਿਧਾ ਨਹੀਂ ਛੱਡਦਾ, ਇਹ ਹਉਮੈ ਹੰਕਾਰ ਤੋਂ ਮਨ ਨੂੰ ਰਹਿਤ ਨਹੀਂ ਕਰਦਾ, ਉਹਨਾਂ ਸਮਾਂ ਇਹ ਕਰੋੜਾਂ ਹੀ ਜਪ ਤਪ ਕਰੀ ਜਾਵੇ ਫਿਰ ਵੀ ਇਹ ਪਾਰ ਨਹੀਂ ਹੋ ਸਕਦਾ ਭਵ ਸਾਗਰ 'ਚ, ਕਿਉਂਕਿ ਇਹਨੂੰ ਨਾਮ ਦਾ ਭੇਤ ਨਹੀਂ ਆਉਣਾ। ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਇਹ ਮਾਰਗ ਹੈ ਪ੍ਰੇਮ ਦਾ, ਜੋ ਗੁਰਬਾਣੀ ਗੁਰੂ ਵਿੱਚ ਸਾਨੂੰ ਸੰਤ ਮਾਰਗ ਦੱਸਿਆ, ਪ੍ਰੇਮ ਦਾ ਮਾਰਗ, ਲਿਵ ਦਾ ਰਸਤਾ, ਉਹ ਪ੍ਰੇਮ ਮਾਰਗ। ਇਹ ਹੈ ਧਾਤ ਦਾ ਰਸਤਾ ਜਿਹੜਾ ਸੰਸਾਰ ਦਾ ਵੈਰ ਵਿਰੋਧ ਵਾਲਾ ਰਾਹ ਹੈ। ਹੁਣ ਇਹ ਦੋ ਹੀ ਰਾਹ ਨੇ, ਤੀਜਾ ਹੋਰ ਕੋਈ ਰਾਹ ਹੈ ਨਹੀਂ ਹੈ। ਮਹਾਰਾਜ ਕਹਿੰਦੇ ਲਿਵ ਧਾਤ ਦੋਇ ਰਾਹੋ ਹੈ, ਹੁਕਮੀ ਕਾਰ ਕਮਾਈ। ਹੁਣ ਇਹ ਜਿਹੜਾ ਧਾਤ ਦਾ ਮਾਰਗ ਹੈ ਮਨਮੁਖਾਂ ਦਾ ਰਾਹ ਹੈ। ਹੁਣ ਮਨਮੁਖਾਂ ਦਾ ਜਿਹੜਾ ਰਾਹ ਧਾਤ ਵਾਲਾ, ਇਹਦੇ ਵਿੱਚ ਫਿਰ ਇਹ ਦੁਬਿਧਾ ਹੀ ਦੁਬਿਧਾ, ਇਹਦੇ ਵਿੱਚ ਵੈਰ ਵਿਰੋਧੀ, ਇਹਦੇ ਵਿੱਚ ਸਾਰਾ ਝੂਠ ਹੀ ਝੂਠ। ਹੁਣ ਇਸ ਵਾਸਤੇ ਸਤਿਗੁਰੂ ਸਾਨੂੰ ਫਿਰ ਇਹ ਰਸਤਾ ਬੰਦ ਕਰਾਉਂਦੇ, ਉਹ ਕਹਿੰਦੇ ਵੀ ਇਹਨੂੰ ਛੱਡ ਕੇ ਤੁਸੀਂ ਇਹ ਲਿਵ ਦੇ ਮਾਰਗ 'ਤੇ ਚੱਲੋ, ਪ੍ਰੇਮ ਦੇ ਮਾਰਗ 'ਤੇ, ਸੰਤ ਮਾਰਗ ਦੇ ਉੱਤੇ। ਜੇ ਤੁਸੀਂ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ ਹੋ ਆਈਆਂ ਬਾਬਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਜ਼ ਸਮਝਾਉਂਦੇ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤੈਨ ਹੀ ਪ੍ਰਭ ਪਾਇਓ। ਕਿ ਜਿਹੜੇ ਗੁਰਮੁਖਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਮਾਲਕ ਨਾਲ ਮਿਲਾਪ ਕੀਤਾ, ਕਿਉਂਕਿ ਪ੍ਰੇਮਾ ਭਗਤੀ ਹੈ, ਪ੍ਰੇਮ ਮਾਰਗ। ਹੁਣ ਜਿਨ੍ਹਾਂ ਨੂੰ ਇਹ ਪ੍ਰੇਮਾ ਭਗਤੀ ਦਾ ਭੇਤ ਆ ਗਿਆ, ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਫਿਰ ਖਾਲਸੇ ਆਖੀ, ਵੀ ਉਹ ਮਨ ਹੈ ਜਿਹੜਾ ਉਹ ਖਾਲਸ ਹੈ। ਰਮਾਉਂਦੇ ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹੇ
ਜਾਨੀ ਕਿ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ, ਉਹ ਜਿਹੜੇ ਗੁਰਮੁਖ ਸੀ ਉਹ ਖਾਲਸੇ ਹੋ ਗਏ। ਉਹਨਾਂ ਦਾ ਮਨ ਉਹ ਖਾਲਸਾ ਬਣ ਗਿਆ, ਕਿਉਂਕਿ ਖਾਲਸਾ ਕਿਸੇ ਪਹਿਰਾਵੇ ਦਾ ਨਾਂ ਨਹੀਂ ਹੈ। ਖਾਲਸਾ ਸਾਡੇ ਮਨ ਨੇ ਬਣਨਾ ਹੈ। ਸਾਡਾ ਮਨ ਉਦੋਂ ਖਾਲਸਾ ਬਣਦਾ ਹੈ ਜਦੋਂ ਇਹ ਆਪਣੇ ਘਰ ਚਲਾ ਜਾਂਦਾ, ਜਦੋਂ ਸਾਡੇ ਅੰਦਰ ਜੋਤ ਪ੍ਰਗਟ ਹੋ ਜਾਂਦੀ, ਉਦੋਂ ਮਾਰੇ ਕਹਿੰਦੇ ਵੀ ਇਹ ਮਨ ਹੈ ਜਿਹੜਾ ਇਹ ਖਾਲਸ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਫਰਮਾਉਂਦੇ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਹਿ ਨਖਾਲਸ ਜਾਣੇ। ਬਈ ਜਦ ਤੱਕ ਸਾਡੇ ਅੰਦਰ ਜੋਤ ਨਹੀਂ ਪ੍ਰਗਟ, ਉਹਨਾਂ ਸਮਾਂ ਇਹ ਮਨ ਹੈ ਜਿਹੜਾ ਨਖਾਲਸ, ਇਹ ਖਾਲਸਾ ਨਹੀਂ ਹੈ। ਖਾਲਸਾ ਇਕੱਲੇ ਬਾਹਰੀ ਪਹਿਰਾਵੇ ਦਾ ਨਾਂ ਨਹੀਂ ਹੈ। ਖਾਲਸਾ ਸਾਡੇ ਮਨ ਨੇ ਬਣਨਾ ਹੈ। ਜਿਵੇਂ ਜਦੋਂ ਸਾਨੂੰ ਭੇਤ ਨਹੀਂ ਹੁੰਦਾ, ਅਸੀਂ ਸਤ ਸੰਗਤ ਨਹੀਂ ਕਰਦੇ, ਦੁਬਿਧਾ 'ਚ ਪਏ ਹੋਏ, ਸਾਨੂੰ ਭੁਲੇਖਾ ਹੁੰਦਾ ਆਪਣੀ ਪੱਗ ਦਾ, ਇਹਦਾ ਬੜਾ ਮਾਣ ਕਰਦੇ ਵੀ ਮੇਰੀ ਪੱਗ ਹੀ ਨਾ ਮੈਲੀ ਹੋ ਜੇ, ਕਿਤੇ ਮੇਰੀ ਪੱਗ ਨੂੰ ਦਾਗ ਨਾ ਲੱਗ ਜੇ। ਕਿਉਂਕਿ ਅਸੀਂ ਆਪਦੇ ਆਪ ਨੂੰ ਖਾਲਸਾ ਸਮਝਦੇ, ਅਤੇ ਜਦੋਂ ਭੇਦ ਆਉਂਦਾ ਵੀ ਸਾਨੂੰ ਤਾਂ ਇਹ ਭੁਲੇਖਾ ਹੀ ਰਿਹਾ ਪੱਗ ਦਾ, ਵੀ ਇਹ ਤਾਂ ਜਿਹੜਾ ਸਿਰ ਹੈ ਵੀ ਮਿੱਟੀ 'ਚ ਮਿਲ ਜਾਣਾ, ਪੱਗ ਦੀ ਤਾਂ ਗੱਲ ਹੀ ਕੀ। ਮਾਰੇ ਕਹਿੰਦੇ ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣਨੀ ਸਿਰ ਵੀ ਮਿੱਟੀ ਖਾਈ। ਵੀ ਮੈਨੂੰ ਤਾਂ ਭੁਲੇਖਾ ਪੱਗ ਦਾ ਹੀ ਰਿਹਾ ਪਹਿਲਾਂ, ਵੀ ਇਹ ਨਹੀਂ ਭੇਦ ਵੀ ਇਹਦਾ ਸਿਰ ਵੀ ਮਿੱਟੀ 'ਚ ਮਿਲ ਜਾਣਾ, ਸਰੀਰ ਹੀ ਮਿੱਟੀ ਦਾ ਮਿੱਟੀ ਰਹਿ ਜਾਣਾ ਇੱਥੇ। ਇਸ ਕਰਕੇ ਫਿਰ ਜੇ ਸਾਡਾ ਮਨ ਖਾਲਸ ਨਹੀਂ ਹੋਇਆ, ਇਹ ਚੀਜ਼ ਵੀ ਸਾਡੇ ਅੰਦਰ ਹਉਮੈ ਪੈਦਾ ਕਰਦੀ, ਹੰਕਾਰ। ਬਾਬਾ ਕਬੀਰ ਜੀ ਕਹਿੰਦੇ ਬਈ ਸਾਡੀ ਵਿਗੜ ਗਈ ਪਰਮਾਤਮਾ ਦੇ ਨਾਲ, ਕਿਉਂਕਿ ਅਸੀਂ ਉਹ ਤੋਂ ਬੇਮੁਖ ਹੋ ਗਏ। ਅਤੇ ਉਹ ਤੋਂ ਬੇਮੁਖ ਹੋਏ ਹੋਏ ਦੁਬਿਧਾ ਦੇ ਵਿੱਚ ਪਏ ਹੋਏ, ਨਾ ਤਾਂ ਅਸੀਂ ਕੋਈ ਜਪ ਤਪ ਕੀਤਾ, ਨਾ ਅਸੀਂ ਕਿਸੇ ਮਹਾਂਪੁਰਸ਼ਾਂ ਦੀ, ਗੁਰਮੁਖਾਂ ਦੀ, ਸੰਤਾਂ ਦੀ ਸੰਗਤ ਕੀਤੀ, ਅਤੇ ਉਲਟਾ ਅਭਿਮਾਨ ਕੀਤਾ। ਹੰਕਾਰ ਕਾਹਦਾ? ਆਪਦੀ ਪੱਗ ਦਾ, ਵੀ ਮੇਰੀ ਪੱਗ ਬੜੀ ਸੋਹਣੀ, ਮੇਰੀ ਪੱਗ ਨੂੰ ਦਾਗ ਹੀ ਨਾ ਲੱਗ ਜੀ। ਹੋਰ ਹਉਮੈ, ਹੋਰ ਹੰਕਾਰ। ਅਤੇ ਜਦੋਂ ਸਤ ਸੰਗਤ ਕਰਦੇ ਫਿਰ ਸੋਝੀ ਆਉਂਦੀ, ਫਿਰ ਗਿਆਨ ਹੁੰਦਾ, ਫਿਰ ਪਤਾ ਲੱਗਦਾ ਬਈ ਮਾਲਕ ਤੋਂ ਤਾਂ ਅਸੀਂ ਬੇਮੁਖ ਹੋਏ ਹੋਏ, ਉਹਦੇ ਤਾਂ ਸਨਮੁਖ ਨਹੀਂ, ਉਹ ਤੋਂ ਤਾਂ ਸਾਡੀ ਵਿਗੜ ਗਈ। ਅਤੇ ਜੇ ਸਾਡੀ ਉਹਦੇ ਨਾਲ ਹੀ ਵਿਗੜੀ ਰਹੀ, ਉਹ ਤੋਂ ਅਸੀਂ ਬੇਮੁਖ ਰਹੇ, ਅਤੇ ਸੰਸਾਰ ਦੇ ਵਿੱਚ ਝੂਠਾ ਅਭਿਮਾਨ ਕਰਦੇ ਰਹੇ ਪੱਗ ਦਾ, ਅਤੇ ਉਹ ਤਾਂ ਸਾਡੇ ਕਿਸੇ ਕੰਮ ਦਾ ਹੀ ਨਹੀਂ। ਉਹ ਤਾਂ ਸਿਰ ਵੀ ਮਿੱਟੀ 'ਚ ਮਿਲ ਜਾਣਾ ਅਤੇ ਪੱਗ ਵੀ ਮਿੱਟੀ 'ਚ ਮਿਲ ਜਾਣੀ। ਇਸ ਵਾਸਤੇ ਜਦੋਂ ਫਿਰ ਸਾਨੂੰ ਭੇਤ ਖੁੱਲ੍ਹਦਾ, ਫਿਰ ਬੇਨਤੀ ਕਰਦੇ, ਮਹਾਰਾਜ ਕਹਿੰਦੇ ਰਾਖ ਲਿਹੋ ਹਮ ਤੇ ਬਿਗਰੀ, ਸੀਲ ਧਰਮ ਜਪ ਭਗਤ ਨ ਕੀਨੀ, ਹਉ ਅਭਿਮਾਨ ਟੇਢ ਪਗੜੀ। ਵੀ ਨਾ ਤਾਂ ਅਸੀਂ ਭਗਤੀ ਕੀਤੀ, ਨਾ ਜਪ ਤਪ ਕੀਤਾ, ਅਭਿਮਾਨ ਟੇਢੀ ਪੱਗ ਦਾ, ਉੱਚੀ ਪੱਗ ਦਾ, ਹੋਰ ਅਭਿਮਾਨ, ਹੋਰ ਹੰਕਾਰ ਪੈਦਾ ਕਰ ਲਿਆ। ਸੋ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਖਾਲਸਾ ਇਕੱਲਾ ਇਹ ਬਾਹਰੀ ਪਹਿਰਾਵੇ ਦਾ ਨਾਂ ਨਹੀਂ, ਖਾਲਸਾ ਸਾਡੇ ਮਨ ਨੇ ਬਣਨਾ। ਇਹ ਕਿਹੜੇ ਮਨ ਖਾਲਸੇ? ਬਾਬਾ ਕਬੀਰ ਜੀ ਕਹਿੰਦੇ ਫਿਰ ਉਹ ਮਨ ਖਾਲਸੇ ਹੋ ਗਏ ਜਿਨ੍ਹਾਂ ਨੇ
ਇਹ ਪ੍ਰੇਮਾ ਭਗਤੀ ਨੂੰ ਜਾਣ ਲਏ, ਜਿਨ੍ਹਾਂ ਨੂੰ ਭੇਦ ਆ ਗਿਆ ਨਾਮ ਦਾ। ਕਿਉਂਕਿ ਆਪਣੀ ਜਿਹੜੀ ਭਗਤੀ ਹੀ ਇਹ ਨਾਮ ਤੋਂ ਸ਼ੁਰੂ ਹੁੰਦੀ। ਇੱਧਰ ਤ੍ਰੈ ਗੁਣਾਂ ਦੇ ਵਿੱਚ ਭਗਤੀ ਨਹੀਂ ਹੁੰਦੀ ਮਾਇਆ ਦੇ ਘਰ ਦੇ ਵਿੱਚ। ਇੱਧਰ ਮਾਇਆ ਦੇ ਘਰ ਦੇ ਵਿੱਚ ਤਾਂ ਭਰਮ ਹੀ ਭਰਮ, ਤ੍ਰੈ ਗੁਣ ਭਰਮ ਭੁਲਾਈ। ਇੱਧਰ ਤ੍ਰੈ ਗੁਣਾਂ 'ਚ ਵਿਚਾਰਾਂ 'ਚ ਭਰਮ ਹੀ ਭਰਮ ਹੈ। ਜੇ ਅਸੀਂ ਆਖੀਏ ਵੀ ਭਰਮ ਦੇ ਵਿੱਚ ਅਸੀਂ ਭਗਤੀ ਕਰ ਲਾਂਗੇ ਤਾਂ ਭਗਤੀ ਨਹੀਂ ਹੁੰਦੀ ਇੱਥੇ। ਹੁਣ ਆਪਣੀ ਭਗਤੀ ਜਿਹੜੀ ਉਹ ਸੁਣ ਤੋਂ ਸ਼ੁਰੂ ਹੁੰਦੀ। ਸੁਣ ਕਹਿੰਦੇ ਜਿੱਥੇ ਆਪਾਂ ਸੌਂ ਕੇ ਜਾਂਦੇ, ਸੌਣ ਤੋਂ ਮਗਰੋਂ ਜਿਵੇਂ ਹੁਣ ਆਪਾਂ ਇਹ ਸਿਮਰਨ ਕਰਦੇ, ਇਹ ਭਗਤੀ ਨਹੀਂ ਹੈ। ਸਿਮਰਨ ਕਰਕੇ ਆਪਾਂ ਵਿਚਾਰਾਂ ਤੋਂ ਰਹਿਤ ਹੋ ਕੇ ਮਨ ਨੂੰ ਸੁਣਨ ਦੇ ਵਿੱਚ ਲੈ ਕੇ ਜਾਣਾ। ਸੁਣਨ ਦਾ ਭਾਵ ਵੀ ਜਦੋਂ ਆਪਾਂ ਨੂੰ ਨੀਂਦ ਆ ਗਈ, ਆਪਾਂ ਸੌਂ ਗਏ, ਅਤੇ ਉਹਨੂੰ ਗੁਰਬਾਣੀ 'ਚ ਸੁਣਨ ਕਹਿੰਦੇ ਵੀ ਇਹ ਸੁਣਨ 'ਚ ਚਲੇ ਗਏ। ਹੁਣ ਜਦੋਂ ਆਪਾਂ ਵਾਰ-ਵਾਰ ਸੁਣਨ 'ਚ ਜਾਂਦੇ ਹਾਂ, ਸੁਣਨ ਦੇ ਵਿੱਚੋਂ ਫਿਰ ਉੱਥੋਂ ਮਾਲਕ ਸਾਨੂੰ ਆਵਾਜ਼ ਦੇ ਕੇ ਉਠਾਉਂਦੇ, ਜਿਸ ਨੂੰ ਗੁਰਬਾਣੀ 'ਚ ਕਹਿੰਦੇ ਨੇ ਸੁਨ ਸਮਾਦ ਅਨਹਤ ਨਾਦ, ਕਹਿ ਨਾ ਜਾਈ ਅਚਰਜ ਵਿਸਮਾਦ। ਜਦੋਂ ਆਪਾਂ ਵਾਰ-ਵਾਰ ਇਹ ਸਿਮਰਨ ਕਰਕੇ ਸੁਣਨ 'ਚ ਜਾਂਦੇ, ਉਹਨੂੰ ਕਹਿੰਦੇ ਸੁਨ ਸਮਾਧੀ 'ਚ ਚਲੇ ਗਏ। ਸੁਨ ਸਮਾਧ, ਸੁਨ ਸਮਾਧੀ 'ਚ ਜਦੋਂ ਅਸੀਂ ਜਾਵਾਂਗੇ, ਉੱਥੋਂ ਫਿਰ ਉਹ ਨਾਦ ਪ੍ਰਗਟ ਹੁੰਦਾ। ਨਾਮ ਪਰਮਾਤਮਾ ਦੀ ਆਵਾਜ਼। ਉੱਥੇ ਆਹ ਭਾਸ਼ਾ ਨਹੀਂ ਹੈ, ਆਹ ਭਾਸ਼ਾ ਖਤਮ ਹੋ ਜਾਂਦੀ। ਉੱਥੇ ਮਾਲਕ ਦੀ ਭਾਸ਼ਾ, ਅਨਹਦ ਭਾਸ਼ਾ ਚੱਲਦੀ। ਅਸੀਂ ਉਹ ਭਾਸ਼ਾ ਨਾਲ ਜੁੜ ਜਾਂਦੇ ਜਿਹੜੀ ਭਾਸ਼ਾ ਦੇ ਨਾਲ ਆਪਾਂ ਮਾਂ ਦੇ ਗਰਭ ਦੇ ਵਿੱਚ ਜੁੜੇ ਹੁੰਦੇ। ਕਿਉਂਕਿ ਆਪਾਂ ਹੁਣ ਉਸ ਅਵਸਥਾ 'ਚ ਚੱਲਣਾ, ਜਿਵੇਂ ਹੁਣ ਆਪਾਂ ਸੰਸਾਰ ਦੇ ਵਿੱਚ ਆਏ, ਬੱਚਾ ਪ੍ਰਵੇਸ਼ ਹੋਇਆ, ਹੁਣ ਆਪਾਂ ਇਸੇ ਤਰ੍ਹਾਂ ਹੀ ਹੁਣ ਵਾਪਸ ਜਾ ਰਹੇ ਆਪਦੇ ਘਰ ਨੂੰ ਵਾਪਸ ਮੁੜਨਾ। ਉਹੀ ਅਵਸਥਾ ਆਪਾਂ ਬਚਪਨ ਵਾਲੀ 'ਚ ਜਾਣਾ। ਜਿਵੇਂ ਬੱਚਾ ਛੋਟਾ ਹੁੰਦਾ, ਪਹਿਲਾਂ ਅਸੀਂ ਉਹ ਅਵਸਥਾ ਚਲੇ ਗਏ, ਫਿਰ ਉਹ ਅਵਸਥਾ ਚਲੇ ਜਾਣਾ ਜਿਹੜੀ ਅਵਸਥਾ 'ਚ ਅਸੀਂ ਮਾਂ ਦੇ ਗਰਭ ਦੇ ਵਿੱਚ ਸੀ। ਹੁਣ ਜਦੋਂ ਆਪਾਂ ਮਾਂ ਦੇ ਗਰਭ 'ਚ ਸੀ, ਉਦੋਂ ਆਪਾਂ ਨੂੰ ਆਹ ਭਾਸ਼ਾ ਨਹੀਂ ਸੀ ਆਉਂਦੀ। ਆਹ ਸੰਸਾਰ ਦੀ ਭਾਸ਼ਾ ਤਾਂ ਇਹ ਜਦੋਂ ਆਪਾਂ ਇਸ ਸੰਸਾਰ 'ਚ ਆਉਂਦੇ ਹਾਂ, ਆਪਾਂ ਫੇਰ ਸਿੱਖਦੇ ਹਾਂ, ਆਪਾਂ ਨੂੰ ਸਿਖਾਇਆ ਜਾਂਦਾ। ਉਹ ਵੀ ਹੌਲੀ ਹੌਲੀ ਕਿੰਨਾ ਸਮਾਂ ਲੱਗ ਜਾਂਦਾ ਬੱਚੇ ਨੂੰ ਸਿੱਖਣ ਵਾਸਤੇ, ਫਿਰ ਉਹ ਹੌਲੀ ਹੌਲੀ ਬੋਲਣ ਲੱਗਦਾ। ਹੁਣ ਇਸੇ ਤਰ੍ਹਾਂ ਹੀ ਜਦੋਂ ਅਸੀਂ ਸੁਨ ਸਮਾਧੀ 'ਚ ਚਲੇ ਗਏ, ਉੱਥੋਂ ਨਾਮ ਪ੍ਰਗਟ ਹੋਇਆ, ਅਤੇ ਆਹ ਭਾਸ਼ਾ ਉੱਥੇ ਖਤਮ ਹੋ ਜਾਂਦੀ, ਸੰਸਾਰ ਦੀ ਭਾਸ਼ਾ। ਇਹ ਜਿਹੜੀ ਭਾਸ਼ਾ ਆਪਾਂ ਬੋਲਦੇ, ਇਹਨੂੰ ਕਹਿੰਦੇ ਕੱਚੀ ਬਾਣੀ। ਪੌਣ ਪਾਣੀ ਅਗਨ ਦੁਬਾਰਾ, ਇਹ ਭਾਸ਼ਾ ਪ੍ਰਗਟ ਹੁੰਦੀ। ਜਿਵੇਂ ਹੁਣ ਆਪਾਂ ਇਹ ਸਵਾਸ ਜਦੋਂ ਆਪਾਂ ਲੈਂਦੇ ਹਾਂ, ਇਹ ਸਾਹ ਆਪਣੀ ਜਾ ਕੇ ਰਸਨਾ ਦੇ ਨਾਲ ਟਕਰਾਉਂਦਾ ਹੈ, ਇਹਦੇ 3 ਹਿੱਸੇ ਬਣ ਜਾਂਦੇ। ਇਹਦੇ ਵਿੱਚੋਂ ਪਾਣੀ ਅਲੱਗ ਹੋ ਜਾਂਦਾ, ਅਗਨ ਅਲੱਗ ਹੋ ਜਾਂਦੀ ਹੈ, ਅਤੇ ਜਿਹੜੀ ਪੌਣ ਹੈ ਉਹ ਸ਼ੁੱਧ ਹੋ ਕੇ ਸੈਂਟਰ 'ਚ ਚਲੀ ਜਾਂਦੀ। ਪਾਣੀ ਜਿਹੜਾ ਉਹ ਖੱਬੇ ਪਾਸੇ, ਅਤੇ ਅੱਗ ਦਾ ਵਹਾਅ ਸੱਜੇ ਪਾਸੇ। ਇਹਨੂੰ ਫਿਰ ਜਾ ਕੇ ਅੱਗੇ 3 ਨਦੀਆਂ ਦਾ ਨਾਮ ਦਿੱਤਾ, ਗੰਗਾ, ਜਮਨਾ, ਸਰਸਵਤੀ ਕਹਿੰਦੇ ਸੀ। ਹੁਣ ਇਹ ਨਦੀਆਂ ਤਿੰਨੇ ਜਾ ਕੇ ਫਿਰ ਆਪਣੇ ਕੰਠ ਦੇ ਉੱਤੇ ਇਕੱਠੀਆਂ ਹੁੰਦੀਆਂ, ਡਿੱਗਦੀਆਂ। ਉੱਥੋਂ ਫਿਰ ਇਹ ਭਾਸ਼ਾ ਪੈਦਾ ਹੁੰਦੀ ਜਿਹੜੀ ਆਪਾਂ ਬੋਲਦੇ ਹਾਂ। ਇਸ ਨੂੰ ਫਿਰ ਗੁਰਬਾਣੀ 'ਚ ਕਹਿੰਦੇ ਅਗਨ ਬਿੰਬ ਪੌਣੇ ਕੀ ਬਾਣੀ, ਵੀ ਇਹ ਪੌਣ ਪਾਣੀ ਅਤੇ ਅਗਨ ਦੁਆਰਾ ਇਹ ਭਾਸ਼ਾ ਪ੍ਰਗਟ ਹੁੰਦੀ ਸੰਸਾਰ ਦੀ। ਹੁਣ ਜਿੱਥੇ ਇਹ ਭਾਸ਼ਾ ਖਤਮ ਹੁੰਦੀ ਹੈ, ਉੱਥੋਂ ਅੱਗੇ ਨਾਮ ਸ਼ੁਰੂ ਹੁੰਦਾ। ਜਿਵੇਂ ਹੁਣ ਆਪਾਂ ਮਾਂ ਦੇ ਗਰਭ 'ਚ ਸੀ, ਉੱਥੇ ਇਹ ਭਾਸ਼ਾ ਨਹੀਂ ਸੀ, ਕਿਉਂਕਿ ਆਪਾਂ ਇਹ ਭਾਸ਼ਾ ਤੋਂ ਉੱਪਰ ਸੀ। ਉੱਥੇ ਭਾਸ਼ਾ ਜਿਹੜੀ ਉਹ ਮਾਲਕ ਦੀ ਅਨਹਦ,
ਸਾਡੇ ਵਾਸਤੇ ਹੁਕਮ ਹੈ ਜਿਹੜਾ ਨਾਮ ਨਾਦ ਅਸੀਂ ਉਹਦੇ ਨਾਲ ਜੁੜੇ ਹੁੰਦੇ। ਹੁਣ ਇਸੇ ਤਰ੍ਹਾਂ ਜਦੋਂ ਅਸੀਂ ਇਹ ਭਾਸ਼ਾ ਨੂੰ ਛੱਡ ਕੇ ਸੁਣਨ ਦੇ ਵਿੱਚ ਚਲੇ ਜਾਵਾਂਗੇ, ਉੱਥੇ ਇਹ ਭਾਸ਼ਾ ਖਤਮ ਹੋ ਜਾਏਗੀ ਅਤੇ ਉੱਥੋਂ ਅੱਗੇ ਨਾਮ ਸ਼ੁਰੂ ਹੁੰਦਾ ਜਿੱਥੋਂ ਸਾਡੀ ਭਗਤੀ ਸ਼ੁਰੂ ਹੁੰਦੀ। ਇਸ ਲਈ ਮਹਾਰਾਜ ਫਰਮਾਉਂਦੇ, ਪੌਣ ਪਾਣੀ ਅਗਨੀ ਵਿਸਰਾਓ, ਤਹੀਂ ਨਿਰੰਜਨ ਸਾਚਾ ਨਾਉ। ਕਿ ਜਿੱਥੇ ਇਹ ਭਾਸ਼ਾ ਖਤਮ ਹੋ ਗਈ ਜਿਹੜੀ ਆਪਾਂ ਬੋਲ ਰਹੇ, ਉੱਥੋਂ ਅੱਗੇ ਜਾ ਕੇ ਨਾਮ ਸ਼ੁਰੂ ਹੋਣਾ। ਅਤੇ ਜਦੋਂ ਅਸੀਂ ਉਹ ਨਾਮ ਦੇ ਨਾਲ ਜੁੜ ਗਏ, ਇਹ ਭਾਸ਼ਾ ਖਤਮ ਹੋ ਗਈ, ਅਤੇ ਉਦੋਂ ਕਹਿੰਦੇ ਵੀ ਇਹਨਾਂ ਨੂੰ ਹੁਣ ਪ੍ਰੇਮਾ ਭਗਤੀ ਦਾ ਭੇਤ ਆ ਗਿਆ। ਹੁਣ ਇਹ ਭਗਤੀ ਕਰਦੇ। ਭਗਤੀ ਕੀ ਹੈ? ਪਰਮਾਤਮਾ ਬੋਲ ਰਹੇ ਹੈ, ਸਾਡੇ ਮਨ ਨੇ ਸੁਣਨਾ, ਇਹ ਭਗਤੀ ਹੈ। ਗੁਰੂ ਦੀ ਸੇਵਾ ਇਹ ਭਗਤੀ ਹੈ। ਉਹ ਸ਼ਬਦ ਗੁਰੂ ਮਾਲਕ ਬੋਲ ਰਹੇ ਅਤੇ ਅਸੀਂ ਬੈਠ ਕੇ ਉੱਥੇ ਸੁਣੀ ਜਾਣਾ ਬਸ। ਉਦੋਂ ਕਹਿੰਦੇ ਵੀ ਇਹ ਭਗਤੀ ਕਰਦੇ। ਮਹਾਰਾਜ ਫਰਮਾਉਂਦੇ, ਗੁਰ ਸੇਵਾ ਗੁਰ ਭਗਤ ਹੈ, ਬਿਰਲਾ ਪਾਵੇ ਕੋਈ। ਬਈ ਗੁਰੂ ਦੀ ਸੇਵਾ ਇਹ ਭਗਤੀ ਹੈ, ਪਰ ਇਹ ਭਗਤੀ ਵਿਰਲੇ ਵਿਰਲੇ ਕੋਈ ਗੁਰਮੁਖ ਕਰਦੇ, ਕਿਉਂਕਿ ਆਮ ਜੀਵ ਨੂੰ ਤਾਂ ਭਗਤੀ ਦਾ ਪਤਾ ਹੀ ਨਹੀਂ ਭਗਤੀ ਹੈ ਕੀ, ਕਿਹਨੇ ਭਗਤੀ ਕਰਨੀ ਹੈ, ਕਿੱਥੇ ਜਾ ਕੇ ਭਗਤੀ ਹੁੰਦੀ ਹੈ, ਉਹਨੂੰ ਨਹੀਂ ਭਗਤੀ ਦਾ ਗਿਆਨ। ਉਹ ਇਸ ਸੰਸਾਰ 'ਚ ਹੀ ਸਮਝਦਾ ਵੀ ਸ਼ਾਇਦ ਮੈਂ ਭਗਤੀ ਕਰਦਾ। ਹੁਣ ਇਸ ਵਾਸਤੇ ਸਾਨੂੰ ਗੁਰੂ ਨਾਨਕ ਦੇ ਘਰ ਨੇ ਜੋ ਭਗਤੀ ਦੱਸੀ, ਉਹ ਨਿਰਾਲੀ ਭਗਤੀ, ਵੱਖਰੀ ਭਗਤੀ ਅਤੇ ਸੌਖੀ ਭਗਤੀ। ਗੁਰੂ ਨਾਨਕ ਪਾਤਸ਼ਾਹ ਜਦੋਂ ਸੰਸਾਰ ਵਿੱਚ ਆਏ, ਉਹਨਾਂ ਨੇ ਆ ਕੇ ਦੇਖਿਆ ਵੀ ਜੀਵ ਇੱਥੇ ਜਿਹੜੇ ਸੰਸਾਰ ਦੇ ਵਿੱਚ ਉਹ ਕਿਵੇਂ ਭਗਤੀ ਕਰਦੇ। ਉਹਨਾਂ ਨੇ ਜਦੋਂ ਦੇਖਿਆ ਵੀ ਇਹਨਾਂ ਦੇ ਅੰਦਰ ਤੜਫ ਤਾਂ ਹੈ ਮਾਲਕ ਨੂੰ ਮਿਲਣ ਦੀ, ਅਤੇ ਵਿਛੋੜੇ ਦਾ ਦੁੱਖ ਵੀ ਮਹਿਸੂਸ ਕਰਦੇ ਵੀ ਅਸੀਂ ਵੀ ਰੱਬ ਤੋਂ ਵਿਛੜੇ ਹੋਏ ਹਾਂ, ਇਹਨਾਂ ਦੇ ਅੰਦਰ ਵਿਛੋੜੇ ਦਾ ਦੁੱਖ ਵੀ ਹੈ। ਪਰ ਉਹਨਾਂ ਨੂੰ ਭਗਤੀ ਦਾ ਗਿਆਨ ਨਾ, ਉਹ ਭਗਤੀ ਕਰਦੇ ਇਸ ਸਰੀਰ ਦੁਆਰਾ, ਸਰੀਰ ਨੂੰ ਕਸ਼ਟ ਦਿੰਦੇ, ਦੁੱਖ ਦਿੰਦੇ। ਕੋਈ ਪੁੱਠਾ ਲਮਕ ਜਾਂਦਾ, ਖੂਹ ਦੇ ਵਿੱਚ ਸੰਗਲ ਬੰਨ੍ਹ ਕੇ ਲੱਤਾਂ ਨੂੰ ਪੁੱਠੇ ਲਮਕ ਜਾਂਦੇ ਖੂਹ ਦੇ ਵਿੱਚ। ਅਤੇ ਉਹ ਜੀ ਪੁੱਛਦੇ ਵੀ ਇਹ ਕੀ ਕਰਦੇ? ਕਹਿੰਦੇ ਜੀ ਇਹ ਭਗਤੀ ਕਰਦੇ, ਪਰਮਾਤਮਾ ਨੂੰ ਮਿਲਣ ਵਾਸਤੇ ਭਗਤੀ ਕਰ ਰਹੇ। ਅਤੇ ਕੋਈ ਦਰੱਖਤਾਂ ਦੇ ਨਾਲ ਪੁੱਠੇ ਲਮਕ ਜਾਂਦੇ ਉੱਤੇ, ਕੋਈ ਚਾਰ ਚੁਫੇਰੇ ਆਪਦੇ ਅੱਗ ਬਾਲ ਕੇ ਉਹ ਅੱਗ ਦੇ ਵਿੱਚ ਬੈਠ ਜਾਂਦੇ, ਕੋਈ ਪਾਣੀ ਦੇ ਵਿੱਚ ਖੜ੍ਹੇ ਹੋ ਜਾਂਦੇ, ਸਾਰੀ ਸਾਰੀ ਰਾਤ ਪਾਣੀ 'ਚ ਖੜ੍ਹੇ ਰਹਿੰਦੇ। ਇਸ ਤਰ੍ਹਾਂ ਜੀਵ ਵੱਖੋ ਵੱਖਰੇ ਸਾਧਨ ਅਪਣਾਉਂਦੇ ਵੀ ਅਸੀਂ ਜਿੰਨਾ ਘੱਟ ਸੌਵਾਂਗੇ ਉਹਨਾਂ ਅਸੀਂ ਵੱਧ ਭਗਤੀ ਕਰਾਂਗੇ। ਉਹ ਕੋਸ਼ਿਸ਼ ਕਰਦੇ ਵੀ ਅਸੀਂ ਨੀਂਦ ਨੂੰ ਜਿੱਤਣਾ ਹੈ ਜੀ, ਅਸੀਂ ਸੌਣਾ ਨਹੀਂ। ਤਾਂ ਕਰਕੇ ਉਹ ਸਰੀਰ ਨੂੰ ਦੁੱਖ ਦਿੰਦੇ, ਕਸ਼ਟ ਦਿੰਦੇ ਵੀ ਜਦੋਂ ਪੁੱਠੇ ਲਮਕਾਂਗੇ ਤਾਂ ਨੀਂਦ ਨਹੀਂ ਆਏਗੀ, ਜਦੋਂ ਪਾਣੀ 'ਚ ਖੜ੍ਹੇ ਰਹਾਂਗੇ ਨੀਂਦ ਨਹੀਂ ਆਏਗੀ, ਕਿਉਂਕਿ ਜੇ ਨੀਂਦ ਆਏਗੀ ਤਾਂ ਪਾਣੀ 'ਚ ਡੁੱਬਾਂਗੇ ਅਤੇ ਅੱਖ ਖੁੱਲ੍ਹ ਜਾਏਗੀ ਫਿਰ ਫਟਾਫਟ। ਜਾਂ ਉਹ ਅੱਗ ਬਾਲ ਲੈਂਦੇ ਵੀ ਜੇ ਡਿੱਗਾਂਗੇ ਅਤੇ ਅੱਗ 'ਚ ਡਿੱਗਾਂਗੇ ਅਤੇ ਜਲਾਂਗੇ ਅਤੇ ਫਿਰ ਉੱਠ ਖੜਾਂਗੇ। ਜਾਂ ਉਹ ਦਰੱਖਤ ਦੇ ਉੱਤੇ ਬੈਠ ਜਾਂਦੇ, ਲਮਕ ਜਾਂਦੇ ਵੀ ਜੇ ਨੀਂਦ ਆ ਗਈ ਤਾਂ ਥੱਲੇ ਡਿੱਗਾਂਗੇ। ਜਾਣੀ ਕਿ ਸਰੀਰ ਦੁਆਰਾ ਜੀ ਭਗਤੀ ਕਰਦੇ, ਸਰੀਰ ਨੂੰ ਕਸ਼ਟ ਦਿੰਦੇ, ਸਰੀਰ ਨੂੰ ਦੁੱਖ ਦਿੰਦੇ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਸਾਨੂੰ ਭਗਤੀ ਦਾ ਗਿਆਨ ਦਿੱਤਾ। ਉਹਨਾਂ ਨੇ ਸਮਝਾਇਆ ਵੀ ਭਗਤੀ ਜਿਹੜੀ ਹੈ ਉਹ ਸਾਡੇ ਮਨ ਨੇ ਕਰਨੀ। ਜਦ ਤੱਕ ਤੁਸੀਂ ਇਹ ਸਰੀਰ 'ਚ ਰਹੋਗੇ ਤੁਹਾਡੇ ਤਾਂ ਵਿਚਾਰ ਹੀ ਨਹੀਂ ਰੁਕਣੇ ਫੁਰਨੇ, ਤੁਹਾਡੇ ਅੰਦਰ ਵਿਚਾਰ ਚੱਲਦੇ ਹੀ ਰਹਿਣੇ। ਜਿਵੇਂ ਹੁਣ ਆਪਾਂ ਦੇਖੋ ਇਹ ਸਰੀਰ ਦੇ ਵਿੱਚ ਦਿਨ ਦੇ ਸਮੇਂ ਜਦੋਂ ਆਉਂਦੇ ਕਿੰਨੇ ਵਿਚਾਰ ਚੱਲਦੇ। ਜਦੋਂ ਰਾਤ ਨੂੰ ਇਹ ਸਰੀਰ ਤੋਂ ਵੱਖ ਹੋ ਜਾਂਦਾ ਸਾਡਾ ਮਨ, ਅਤੇ ਫਿਰ ਆਪਾਂ ਨੂੰ ਕੋਈ ਸੁੱਧ ਬੁੱਧ ਨਹੀਂ ਰਹਿੰਦੇ ਇੱਧਰ, ਨਾ ਕੋਈ ਕੰਮ ਦਾ ਫਿਕਰ, ਨਾ ਘਰ-ਬਾਰ ਦਾ ਫਿਕਰ, ਨਾ ਬੱਚਿਆਂ ਦਾ, ਧੀਆਂ ਪੁੱਤਰਾਂ ਦਾ ਫਿਕਰ, ਕੋਈ ਵੀ ਨਹੀਂ, ਕਿਉਂਕਿ ਸਾਰਾ ਕੁਛ ਹੀ ਭੁੱਲ ਗਏ ਆਪਾਂ।
ਹੁਣ ਉਹਨਾਂ ਨੇ ਫਿਰ ਸਮਝਾਇਆ ਸਾਨੂੰ ਵੀ ਇਹ ਖੇਲ ਹੈ ਰੋਜ਼ ਦਾ, ਦਿਨ ਅਤੇ ਰਾਤ ਦਾ। ਦਿਨ ਦੇ ਸਮੇਂ ਅਸੀਂ ਜਦੋਂ ਇੱਧਰ ਆਉਂਦੇ, ਇੱਧਰ ਵਿਚਾਰਾਂ ਦੇ ਵਿੱਚ ਆ ਕੇ ਮਨ ਖੇਲਦਾ, ਤ੍ਰੈ ਗੁਣਾਂ ਦੇ ਵਿੱਚ ਭਰਮ 'ਚ ਪੈ ਜਾਂਦਾ। ਤੁਸੀਂ ਜਿੰਨੀ ਛੇਤੀ ਹੋ ਸਕਦਾ ਹੈ ਇਹ ਸਰੀਰ ਤੋਂ ਵੱਖ ਹੋਣਾ ਸਿੱਖੋ, ਅੱਡ ਹੋਣਾ ਸਿੱਖੋ, ਇਹ ਪਾਉਣ ਤੋਂ ਅਲੱਗ ਹੋ ਜਾਓ। ਜਿਵੇਂ ਰਾਤ ਨੂੰ ਤੁਸੀਂ ਪਾਉਣ ਤੋਂ ਅਲੱਗ ਹੋ ਜਾਂਦੇ ਹੋ ਅਤੇ ਤੁਹਾਨੂੰ ਕੋਈ ਵਿਚਾਰ ਨਹੀਂ ਆਉਂਦਾ, ਕੋਈ ਫੁਰਨਾ ਨਹੀਂ ਆਉਂਦਾ। ਉਹਨਾਂ ਨੇ ਫਿਰ ਭਗਤੀ ਦਾ ਰੁੱਖ ਹੀ ਬਦਲ ਦਿੱਤਾ ਵੀ ਜਿੱਥੇ ਜੀਵ ਸਾਰੀ ਸਾਰੀ ਰਾਤ ਸਰੀਰ ਨੂੰ ਜਗਾਉਂਦੇ ਸੀ, ਕਸ਼ਟ ਦਿੰਦੇ ਸੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿੰਨੀ ਛੇਤੀ ਹੋ ਸਕਦਾ ਹੈ ਉਨੀ ਛੇਤੀ ਸੌਣਾ ਸਿੱਖੋ। ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਇਹੋ ਸਮਝਾਇਆ, ਇਹੋ ਸਿਖਾਇਆ ਵੀ ਤੁਸੀਂ ਸਿਮਰਨ ਕਰਕੇ ਜਿੰਨੀ ਛੇਤੀ ਹੋ ਸਕਦਾ ਸਰੀਰ ਨੂੰ ਖਾਲੀ ਕਰ ਦਿਓ। ਹੁਣ ਇਹ ਕਿੰਨਾ ਸੌਖਾ ਆਪਾਂ ਨੂੰ ਵੀ ਕਿੱਥੇ ਤਾਂ ਜੀਵ ਸਾਰੀ ਸਾਰੀ ਰਾਤ ਜਾਗਦੇ ਅਤੇ ਕਿੱਥੇ ਮਹਾਰਾਜ ਕਹਿੰਦੇ ਸੌਂ ਜਾਓ, ਜਿੰਨਾ ਛੇਤੀ ਸੌਵੋਗੇ ਉਨੀ ਵੱਧ ਕਿਰਪਾ। ਹੁਣ ਇਹਨੂੰ ਫਿਰ ਮਹਾਰਾਜ ਕਹਿੰਦੇ ਵੀ ਇਹ ਨਿਰਾਲੀ ਭਗਤੀ ਸੌਖੀ, ਤ੍ਰੈ ਗੁਣ ਮੇਟੇ ਚੌਥੇ ਵਰਤੇ ਹਾਂ ਭਗਤ ਨਿਰਾਰੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇੱਧਰ ਤ੍ਰੈ ਗੁਣਾਂ ਨੂੰ ਮੇਟ ਦੇਣਾ, ਵਿਚਾਰਾਂ ਨੂੰ ਰੋਕ ਕੇ ਤੁਸੀਂ ਸਿਮਰਨ ਕੀਤਾ, ਵਿਚਾਰ ਰੋਕੇ ਅਤੇ ਤੁਸੀਂ ਸੁਣਨ 'ਚ ਚਲੇ। ਸੁਣਨ ਆਪਣਾ ਘਰ ਹੈ ਜਿਹਨੂੰ ਚੌਥਾ ਪਦ ਕਹਿੰਦੇ। ਜਦੋਂ ਅਸੀਂ ਵਾਰ-ਵਾਰ ਸੁਣਨ 'ਚ ਜਾਵਾਂਗੇ, ਸੁਣਨ ਤੋਂ ਅੱਗੇ ਫਿਰ ਉਹ ਨਾਮ ਪ੍ਰਗਟ ਹੋਏਗਾ। ਫਿਰ ਉਹ ਨਾਮ ਨੂੰ ਜਦੋਂ ਸੁਣਾਂਗੇ, ਫਿਰ ਭਗਤੀ ਕਰਾਂਗੇ ਅਤੇ ਫਿਰ ਸਾਡੇ ਅੰਦਰ ਹਉਮੈ ਨਹੀਂ ਰਹੇਗੀ, ਹੰਕਾਰ ਨਹੀਂ ਰਹੇਗਾ। ਨਹੀਂ ਤਾਂ ਜਿਹੜੇ ਜੀਵ ਤ੍ਰੈ ਗੁਣਾਂ 'ਚ ਭਗਤੀ ਕਰਦੇ ਸੀ ਉਹ ਸਾਰੀ ਸਾਰੀ ਰਾਤ ਜਾਗਦੇ, ਉਹਨਾਂ ਦੇ ਅੰਦਰ ਇੰਨਾ ਹਉਮੈ ਹੰਕਾਰ ਹੁੰਦਾ, ਉਹ ਜਾਂਦਾ ਨਾ। ਅਤੇ ਨਾ ਜਾਣ ਕਰਕੇ ਉਹਨਾਂ ਨੂੰ ਗੁੱਸਾ ਆ ਜਾਂਦਾ ਅਤੇ ਕਿਸੇ ਨੂੰ ਸ਼ਰਾਪ ਦੇ ਦਿੰਦੇ। ਜਦੋਂ ਮਾੜਾ ਜਿਹਾ ਉਹਨਾਂ ਨੂੰ ਕੋਈ ਛੇੜ ਲੈਂਦਾ ਜਾਂ ਮਾੜਾ ਜਿਹਾ ਕੋਈ ਸ਼ਬਦ ਦਾ ਕੁਛ ਚੋਟ ਮਾਰ ਦਿੰਦਾ ਅਤੇ ਉਹਨਾਂ ਨੂੰ ਕ੍ਰੋਧ ਚੜ੍ਹ ਜਾਂਦਾ। ਜਦੋਂ ਕ੍ਰੋਧ ਆ ਜਾਂਦਾ ਅਤੇ ਉਹ ਸ਼ਰਾਪ ਦੇ ਦਿੰਦੇ, ਜਾਂ ਕਿਸੇ ਨੂੰ ਵਰ ਦੇ ਦਿੰਦੇ, ਕਿਸੇ ਨੂੰ ਸ਼ਰਾਪ ਦੇ ਦਿੰਦੇ। ਹੁਣ ਮਹਾਰਾਜ ਕਹਿੰਦੇ ਵੀ ਜਦ ਤੱਕ ਤੁਸੀਂ ਇਹ ਤ੍ਰੈ ਗੁਣਾਂ 'ਚ ਕਰੋਗੇ, ਸਰੀਰ ਨੂੰ ਜਗਾ ਕੇ, ਤੁਹਾਡੇ ਅੰਦਰੋਂ ਹਉਮੈ ਨਹੀਂ ਖਤਮ ਹੋਣੀ। ਉਹ ਹਉਮੈ ਹੋਣ ਕਰਕੇ ਜੀਵ ਸ਼ਰਾਪ ਦਿੰਦਾ ਹੈ। ਜਿਹਦੇ ਅੰਦਰ ਹਉਮੈ ਹੁੰਦੀ ਉਹ ਸ਼ਰਾਪ ਦੇ ਦਿੰਦਾ, ਅਤੇ ਜਿਹੜੇ ਗੁਰਮੁਖ ਉਹਨਾਂ ਦੇ ਅੰਦਰ ਹਉਮੈ ਨਹੀਂ ਹੁੰਦੀ, ਤਾਂ ਕਰਕੇ ਉਹ ਕਿਸੇ ਨੂੰ ਸ਼ਰਾਪ ਨਹੀਂ ਦਿੰਦੇ। ਇਸ ਵਾਸਤੇ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਤੁਸੀਂ ਤ੍ਰੈ ਗੁਣਾਂ ਨੂੰ ਜਦੋਂ ਛੱਡ ਦੋਗੇ, ਵਿਚਾਰਾਂ ਤੋਂ ਤੁਸੀਂ ਰਹਿਤ ਹੋ ਗਏ, ਤੁਸੀਂ ਸੁਣਨ 'ਚ ਆ ਗਏ, ਚੌਥੇ 'ਚ ਪਦ ਵਿੱਚ ਆ ਗਏ। ਚੌਥੇ ਪਦ ਦੇ ਵਿੱਚ ਬ੍ਰਹਮ ਦਾ ਵਾਸਾ, ਅਤੇ ਉੱਥੇ ਜਾ ਕੇ ਸਾਡੇ ਅੰਦਰੋਂ ਇਹ ਹਉਮੈ ਦਾ ਨਾਸ ਹੋ ਜਾਂਦਾ। ਸਤਿਗੁਰੂ ਫਰਮਾਉਂਦੇ ਤ੍ਰੈ ਗੁਣ ਮੇਟੇ ਚੌਥੇ ਚਿੱਤ ਲਾਇਆ, ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਵੀ ਜਦੋਂ ਅਸੀਂ ਚੌਥੇ ਪਦ 'ਚ ਚਲੇ ਗਏ, ਸਾਡੇ ਅੰਦਰੋਂ ਹਉਮੈ ਦਾ ਨਾਸ ਹੋ ਗਿਆ ਅਤੇ ਬ੍ਰਹਮ ਦੇ ਨਾਲ ਸਾਡਾ ਮਿਲਾਪ ਹੋ ਜਾਂਦਾ, ਮਾਲਕ ਦੇ ਨਾਲ। ਹੁਣ ਜ਼ਿਆਦਾ ਕਿ ਜੀਵ ਤ੍ਰੈ ਗੁਣਾਂ 'ਚ ਕਰਦੇ, ਉਹਨਾਂ ਦੇ ਅੰਦਰ ਹਉਮੈ ਨਹੀਂ ਖਤਮ ਹੁੰਦੀ। ਤਾਂਹੀਓ ਸੰਸਾਰ 'ਚ ਆਪਾਂ ਦੇਖਦੇ ਨਾ, ਕਈ ਜੀਵ ਬਹੁਤ ਗੁਰਬਾਣੀ ਪੜ੍ਹਦੇ, ਪੜ੍ਹੀ ਜਾਂਦੇ, ਪਰ ਨਾਲ ਨਾਲ ਹਉਮੈ ਵੀ ਉਨੀ ਵੱਧਦੀ ਜਾਂਦੀ। ਕਿਸੇ ਦੀ ਗੱਲ ਮਾੜੀ ਜਿਹੀ ਨਹੀਂ ਸਹਾਰਦੇ, ਗੁੱਸਾ ਕ੍ਰੋਧ ਇੰਨਾ ਹੈ, ਕੋਈ ਮਾੜਾ ਜਿਹਾ ਕੁਛ ਆਖੇ ਅਤੇ ਉਦੋਂ ਹੀ ਕ੍ਰੋਧ ਭੜਕ ਪੈਂਦਾ ਹੈ। ਅੱਗਿਓਂ ਇੰਨਾ ਗੁੱਸਾ ਉਹਨਾਂ ਨੂੰ ਚੜ੍ਹਦਾ ਹੈ ਵੀ ਬਿਲਕੁਲ ਹੀ ਸਹਿਣਸ਼ੀਲਤਾ, ਸਬਰ, ਸੰਤੋਖ ਹੈ ਹੀ ਨਹੀਂ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹੀ ਹੈ ਵੀ ਜੀਵ ਤ੍ਰੈ ਗੁਣਾਂ 'ਚ ਕਰ ਰਹੇ, ਆਪਦੀ ਮੱਤ ਦੁਆਰਾ ਕਰ ਰਹੇ। ਜੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਇਆ, ਉਹਨਾਂ ਦੇ ਦੱਸੇ ਮੁਤਾਬਕ ਨਹੀਂ ਕਰ ਰਹੇ, ਆਪਦੀ ਮੱਤ ਦੁਆਰਾ ਕਰ ਰਹੇ। ਉਹ ਤਾਂ ਕਰਕੇ ਹਉਮੈ ਨਹੀਂ ਖਤਮ ਹੁੰਦੀ, ਉਹ ਹੋਰ ਹਉਮੈ ਵੱਧਦੀ ਜਾਂਦੀ, ਹੰਕਾਰ ਹੋਰ ਵੱਧਦਾ ਜਾਂਦਾ। ਅਤੇ ਐਸਾ ਜੀਵ ਫਿਰ ਦੂਸਰਿਆਂ ਦੀ ਨਿੰਦਿਆ ਸ਼ੁਰੂ ਕਰ ਦਿੰਦਾ। ਮੈਂ ਤਾਂ ਇੰਨੀ ਗੁਰਬਾਣੀ ਪੜ੍ਹਦਾ, ਉਹ ਦੂਸਰਾ ਪੜ੍ਹਦਾ ਹੀ ਨਹੀਂ। ਮੈਂ ਇੰਨੀ ਸੇਵਾ ਕਰਦਾ, ਉਹ ਦੂਸਰਾ ਕਰਦਾ ਹੀ ਨਹੀਂ। ਉਹ ਦੂਜਿਆਂ ਦੀ ਨਖੇਦੀ ਕਰਨੀ ਸ਼ੁਰੂ ਕਰ ਦਿੰਦਾ, ਦੂਜਿਆਂ ਦੀ ਨਿੰਦਿਆ ਸ਼ੁਰੂ ਕਰ ਦਿੰਦਾ।
ਸੋ ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਜਦ ਤੱਕ ਅਸੀਂ ਇਹ ਤ੍ਰੈ ਗੁਣਾਂ 'ਚ ਰਵਾਂਗੇ ਸਾਡੇ ਅੰਦਰ ਦੁਬਦਾ ਰਹੇਗੀ, ਅਤੇ ਜਦ ਤੱਕ ਦੁਬਦਾ ਹੈ ਉਹਨਾਂ ਸਮਾਂ ਜੀਵ ਤਾਂਹੀਓ ਮਹਾਰਾਜ ਕਹਿੰਦੇ ਕਿੰਨੇ ਜਪ ਤਪ ਕਰ ਲਈ, ਉਹਦਾ ਕੀਤਾ ਹੋਇਆ ਕਿਸੇ ਥਾਈ ਪੈਂਦਾ ਹੀ ਨਹੀਂ, ਕਿਉਂਕਿ ਉਹਨੂੰ ਨਾਮ ਦਾ ਭੇਦ ਨਹੀਂ ਆਉਂਦਾ। ਤਾਂ ਮਹਾਰਾਜ ਕਹਿੰਦੇ ਇਸ ਮਾਰੀ ਬਿਨ ਥਾਏ ਨਾ ਪਰੈ, ਕੋਟ ਕਰਮ ਜਪ ਤਪ ਕਰੇ। ਬਈ ਕਰੋੜਾਂ ਹੀ ਜੀਵ ਜਪ ਤਪ ਕਰੀ ਜਾਵੇ, ਕਿੰਨਾ ਜੀਵ ਪੁੰਨ ਦਾਨ ਕਰੀ ਚੱਲੇ, ਜਦ ਤੱਕ ਉਹਦੇ ਅੰਦਰ ਦੁਬਦਾ ਉਹਦਾ ਇਹ ਕੀਤਾ ਹੋਇਆ ਕਿਸੇ ਥਾਈ ਨਹੀਂ ਪੈਂਦਾ। ਇਸ ਵਾਸਤੇ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਵੀ ਇਹ ਦੁਬਦਾ ਨੂੰ ਮਾਰੋ। ਹੁਣ ਇਹ ਦੁਬਦਾ ਮਰਨੀ ਸ਼ਬਦ ਦਾ ਅਭਿਆਸ ਕਰਕੇ, ਦੁਬਦਾ ਮਰਨੀ ਨਾਮ ਦੇ ਨਾਲ ਜੁੜ ਕੇ, ਅਤੇ ਉਹਦੇ ਵਾਸਤੇ ਸਾਨੂੰ ਫਿਰ ਇਹ ਸਿਮਰਨ ਕਰਨਾ ਪੈਣਾ। ਅਤੇ ਨਾਲ ਨਾਲ ਸਾਨੂੰ ਸਾਧ ਸੰਗਤ ਕਰਨੀ ਪੈਣੀ, ਗੁਰੂ ਦੀ ਮੱਤ, ਸਾਨੂੰ ਗੁਰੂ ਦਾ ਜੋ ਗਿਆਨ ਉਹ ਮਨ ਨੂੰ ਦੇਣਾ ਪੈਣਾ, ਅਤੇ ਫਿਰ ਇਹ ਮਨ ਨੇ ਰੁਕਣਾ, ਫਿਰ ਇਹਨੇ ਵਸ ਵਿੱਚ ਆਉਣਾ। ਤਾਈਆਂ ਮਹਾਰਾਜ ਕਹਿੰਦੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਵੀ ਇਹ ਗਿਆਨ ਦੁਆਰਾ ਮਨ ਨੂੰ ਬੰਨ੍ਹ ਦੇਣ, ਅਤੇ ਗੁਰੂ ਤੋਂ ਬਿਨਾਂ ਸਾਨੂੰ ਇਹ ਗਿਆਨ ਹੁੰਦਾ ਨਹੀਂ। ਜਦ ਤੱਕ ਗਿਆਨ ਨਹੀਂ, ਮਨ ਬੰਨ੍ਹਿਆ ਨਹੀਂ ਜਾਂਦਾ, ਉਹਨਾਂ ਸਮਾਂ ਦੁਬਦਾ ਵਾਲੇ ਪਾਸਿਓਂ ਰੁਕਦਾ ਨਹੀਂ, ਬੈਰ ਵਿਰੋਧ ਈਰਖਾ ਨਫ਼ਰਤ ਵੱਲੋਂ ਰੁਕਦਾ ਨਹੀਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਿਮਰਨ ਕਰੋ, ਅਭਿਆਸ ਕਰੋ। ਜਦੋਂ ਅਸੀਂ ਅਭਿਆਸ ਕਰਾਂਗੇ, ਸਭ ਤੋਂ ਪਹਿਲਾਂ ਅਸੀਂ ਹੁਣ ਸਿਮਰਨ ਕਰਕੇ ਸੁੰਨ 'ਚ ਜਾਣਾ। ਜਿੰਨਾ ਛੇਤੀ ਹੋ ਸਕਦਾ ਉਨੀ ਛੇਤੀ ਅਸੀਂ ਸੁੰਨ 'ਚ ਜਾਣਾ ਸਿੱਖਣਾ ਹੁੰਦਾ। ਮਹਾਰਾਜ ਕਹਿੰਦੇ ਵੀ ਇੰਨੀ ਛੇਤੀ ਸਿੱਖ ਲਓ ਸੁੰਨ 'ਚ ਜਾਣਾ, ਬਈ ਜਦੋਂ ਸਾਡੀ ਇੱਛਾ ਅੱਖ ਦੇ ਫੁਲਕਾਰੇ ਨਾਲ ਹੀ ਅਸੀਂ ਸੁੰਨ 'ਚ ਚਲੇ ਜਾਈਏ। ਜਦੋਂ ਸਾਡੀ ਇੱਛਾ ਅਸੀਂ ਸੁੰਨ 'ਚ ਚਲੇ ਗਏ, ਜਦੋਂ ਇੱਛਾ ਇੱਧਰ ਆ ਗਈ। ਇਹਨੂੰ ਕਹਿੰਦੇ ਜਿਉਂਦੇ ਜੀ ਮਰਨਾ ਸਿੱਖਣਾ, ਦੇਹ ਤੋਂ ਵਧੇ ਹੋਣਾ। ਜਦੋਂ ਅਸੀਂ ਇਹ ਮਰਨਾ ਸਿੱਖ ਲਾਂਗੇ, ਫਿਰ ਅਸੀਂ ਇਹ ਨਾਮ ਦੀ ਪ੍ਰਾਪਤੀ ਕਰ ਸਕਦੇ। ਇਸੇ ਵਰਤਾਏ ਮਹਾਰਾਜ ਕਹਿੰਦੇ ਰਾਮ ਰਤਨ ਤਬ ਪਾਈਏ, ਜੋ ਪਹਿਲੇ ਤਜੇ ਸਰੀਰ। ਵੀ ਪਹਿਲਾਂ ਹੀ ਸਰੀਰ ਨੂੰ ਤਾਂ ਛੱਡਣਾ ਸਿੱਖੋ, ਫਿਰ ਹੀ ਨਾਮ ਦੀ ਪ੍ਰਾਪਤੀ ਹੋਏਗੀ। ਜੇ ਹੁਣ ਅਸੀਂ ਇਹ ਸਰੀਰ ਨੂੰ ਹੀ ਨਹੀਂ ਛੱਡਣਾ ਸਿੱਖਿਆ, ਅਤੇ ਨਾਮ ਤਾਂ ਅੱਗੇ ਜਿੱਥੇ ਇਹ ਭਾਸ਼ਾ ਖਤਮ ਹੋਣੀ, ਉਸ ਤੋਂ ਅੱਗੇ ਨਾਮ ਨੇ ਸ਼ੁਰੂ ਹੋਣਾ। ਜੇ ਹੁਣ ਸਾਡੇ ਅੰਦਰ ਤਾਂ ਵਿਚਾਰ ਹੀ ਚੱਲੀ ਜਾਂਦੇ ਇਹ ਭਾਸ਼ਾ ਦੇ, ਸੰਸਾਰ ਦੇ, ਅਤੇ ਫਿਰ ਨਾਮ ਕਿੱਥੇ? ਨਾਮ ਤਾਂ ਇਹ ਤੋਂ ਉੱਤੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸਿਮਰਨ ਕਰਕੇ ਸੁੰਨ 'ਚ ਜਾਓ, ਵੀ ਇੰਨਾ ਛੇਤੀ ਜਾਣਾ ਸਿੱਖ ਲਓ। ਜਿਸ ਨੂੰ ਗੁਰਬਾਣੀ 'ਚ ਸਤਿਗੁਰੂ ਫਰਮਾਉਂਦੇ ਜੀਵਤ ਮਰੇ, ਮਰੇ ਫੁਨ ਜੀਵੇ, ਐਸੇ ਸੁੰਨ ਸਮਾਇਆ। ਬਈ ਅੱਖ ਦੇ ਫੁਲਕਾਰੇ ਨਾਲ ਹੀ ਅਸੀਂ ਸੁੰਨ 'ਚ ਸਮਾ ਜਾਈਏ। ਜਦੋਂ ਸਾਡੀ ਇੱਛਾ ਇੱਕ ਹੀ ਸਵਾਸ ਲਿਆ ਅਤੇ ਫਟਾਫਟ ਉਹਦੇ ਸੁੰਨ 'ਚ ਚੱਲੇ, ਜਦੋਂ ਇੱਛਾ ਫਿਰ ਇੱਧਰ ਆ ਗਈ, ਜਦੋਂ ਇੱਛਾ ਫਿਰ ਉੱਧਰ ਚਲੇ ਗਈ। ਇਹ ਅਸੀਂ ਵਾਰ-ਵਾਰ ਕਰਨਾ ਹੁੰਦਾ। ਜਦੋਂ ਅਸੀਂ ਇਹ ਵਾਰ-ਵਾਰ ਅਭਿਆਸ ਕਰਾਂਗੇ, ਫਿਰ ਸਾਨੂੰ ਉਹ ਨਾਮ ਅੱਗੇ ਸੁਣਾਈ ਦੇਗਾ। ਜਿੱਥੇ ਭਾਸ਼ਾ ਖਤਮ ਹੋ ਜਾਏਗੀ, ਫਿਰ ਅੱਗੇ ਨਾਮ ਸ਼ੁਰੂ ਹੋ ਜਾਂਦਾ। ਮਹਾਰਾਜ ਕਹਿੰਦੇ ਪੌਣ ਪਾਣੀ ਅਗਨੀ ਵਿਸਰਾਓ, ਤਹੀਂ ਨਿਰੰਜਨ ਸਾਚਾ ਨਾਓ। ਇਹ ਜਿੱਥੇ ਪੌਣ ਪਾਣੀ ਅਗਨ ਖਤਮ ਹੋ ਗਈ, ਉੱਥੇ ਫਿਰ ਨਾਮ ਨੇ ਸ਼ੁਰੂ ਹੋਣਾ। ਆਓ ਹੁਣ ਕਿਵੇਂ ਅਸੀਂ ਨਾਮ ਤੱਕ ਪਹੁੰਚਣਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਅਹਿਸਾਸ ਗਿਰਾ ਸਿਮਰਨ ਦੱਸਦੇ ਨੇ। ਸਿਮਰਨ ਅਭਿਆਸ ਕਰਕੇ ਆਪਾਂ ਸੁੰਨ 'ਚ ਜਾਣਾ। ਇਸ ਤਰੀਕੇ ਨਾਲ ਸਿਮਰਨ ਕਰਨਾ ਵੀ ਸਰੀਰ ਨੂੰ ਬਿਲਕੁਲ ਆਪਾਂ ਢਿੱਲਿਆਂ ਛੱਡ ਦੇਣਾ, ਵੀ ਇਹ ਤੋਂ ਅਸੀਂ ਕੰਮ ਨਹੀਂ ਲੈਣਾ। ਹੁਣ ਬਿਲਕੁਲ ਇਹਨੂੰ ਗਿਆਨ ਇੰਦਰੇ, ਕਰਮ ਇੰਦਰੇ ਢਿੱਲੇ ਛੱਡ ਕੇ ਸਵਾਸ ਲੰਮਾ ਕਰ ਦੇਣਾ,
ਤੇ ਇੱਦਾਂ ਸਿਮਰਨ ਕਰਨਾ ਵੀ ਸਾਨੂੰ ਖਮਾਰੀ ਚੜ੍ਹਦੀ ਜਾਵੇ, ਜਿਵੇਂ ਨਸ਼ਾ ਹੁੰਦਾ ਨਾ ਖਮਾਰੀ, ਸਾਨੂੰ ਨਸ਼ਾ ਚੜ੍ਹਦਾ ਜਾਏਗਾ ਖਮਾਰੀ, ਤੇ ਸਾਡਾ ਮਨ ਸੁੰਨ 'ਚ ਚਲਾ ਜਾਏਗਾ, ਸਾਨੂੰ ਨੀਂਦ ਆ ਜਾਏਗੀ। ਆਓ ਹੁਣ ਸਾਰੇ ਗੁਰਮੁਖ ਪਿਆਰੇ ਇਸੇ ਤਰੀਕੇ ਨਾਲ ਆਪਾਂ ਸਹਿਜ ਦੇ ਵਿੱਚ ਸਿਮਰਨ ਅਭਿਆਸ ਕਰਨੇ। ਆਓ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਸਿਮਰਨ ਕਰਦੇ, ਆਪਣਾ ਸਰੀਰ ਸੁੰਨ ਹੁੰਦਾ ਜਾਏਗਾ, ਨਾਲ ਸਰੀਰ ਵੀ ਸੁੰਨ ਹੋ ਜਾਏਗਾ ਤੇ ਨਾਲ ਹੀ ਸਾਡਾ ਮਨ ਸੁੰਨ 'ਚ ਚਲਾ ਜਾਏਗਾ। ਆਪਾਂ ਨੂੰ ਨੀਂਦ ਆ ਜਾਏਗੀ, ਜਿਹਨੂੰ ਆਪਾਂ ਨੀਂਦ ਕਹਿੰਦੇ ਗੁਰਬਾਣੀ 'ਚ ਇਹਨੂੰ ਕਹਿੰਦੇ ਸੁੰਨ, ਸਾਡੇ ਮਨ ਦਾ ਅਸਲ ਘਰ। ਫਿਰ ਉੱਥੋਂ ਸੁੰਨ ਦੇ ਵਿੱਚੋਂ ਆਪਾਂ ਨੂੰ ਮਾਲਕ ਆਵਾਜ਼ ਦੇ ਕੇ ਉਠਾ ਲੈਂਦੇ। ਜੇ ਅਸੀਂ ਸੁੰਨ 'ਚ ਜਾ ਕੇ ਉੱਥੇ ਸਮਾ ਵੀ ਜਾਵਾਂਗੇ, ਸੌਂ ਵੀ ਜਾਵਾਂਗੇ, ਫਿਰ ਮਾਲਕ ਦੇਖਦੇ ਵੀ ਬੱਚਾ ਘਰ ਆ ਗਏ, ਉਹ ਸਾਨੂੰ ਘਰੇ ਗਿਆ ਨੂੰ ਫਿਰ ਆਵਾਜ਼ ਦੇ ਕੇ ਉਠਾ ਲੈਂਦੇ। ਜਿਵੇਂ ਬੱਚਾ ਸੁੱਤਾ ਪਿਆ ਹੁੰਦਾ, ਮਾਂ ਪਿਓ ਉਠਾ ਲੈਂਦੇ ਵੀ ਉੱਠੋ। ਇਸੇ ਤਰ੍ਹਾਂ ਹੀ ਇਹ ਸਾਡੇ ਮਨ ਨੂੰ ਉਠਾਉਂਦੇ। ਸਤਿਗੁਰੂ ਕਹਿੰਦੇ ਧੁਨ ਉਪਜੀ ਸ਼ਬਦ ਜਗਾਇਆ, ਵੀ ਉਹ ਧੁਨ ਪ੍ਰਗਟ ਹੋ ਗਈ, ਸ਼ਬਦ ਪ੍ਰਗਟ ਹੋ ਗਿਆ, ਅਤੇ ਸਾਡਾ ਜਿਹੜਾ ਮਨ ਸੀ ਉਹ ਮਨ ਜਾਗ ਪਿਆ। ਉੱਥੇ ਫਿਰ ਜਦੋਂ ਮਨ ਜਾਗ ਕੇ ਉਹ ਧੁਨ ਨੂੰ ਸੁਣਦਾ, ਉਦੋਂ ਕਹਿੰਦੇ ਵੀ ਇਹ ਭਗਤੀ ਕਰਦੇ। ਸਰੀਰ ਕਰਕੇ ਆਪਾਂ ਸੁੱਤੇ ਹੋਵਾਂਗੇ, ਸਰੀਰ ਕਰਕੇ ਲੱਗੇਗਾ ਵੀ ਸੁੱਤੇ ਪਏ ਨੇ, ਪਰ ਆਪਣਾ ਜਿਹੜਾ ਮਨ ਹੈ ਉਹ ਮਨ ਜਾਗੇਗਾ। ਮਨ ਫਿਰ ਉਹ ਸ਼ਬਦ ਗੁਰੂ ਦੀ ਸੇਵਾ ਕਰੇਗਾ, ਉਹ ਸੇਵਾ ਕਰਕੇ ਫਿਰ ਸਾਨੂੰ ਸੁੱਖ ਮਿਲਦਾ। ਉਹਨੂੰ ਕਹਿੰਦੇ ਫਿਰ ਵੀ ਜੋ ਸ਼ਬਦ ਗੁਰੂ ਦੀ ਸੇਵਾ ਹੈ ਉਹਦੇ ਵਿੱਚ ਸੁੱਖ ਹੈ। ਅਤੇ ਉਦੋਂ ਕਹਿੰਦੇ ਵੀ ਇਹ ਸੇਵਕ ਨੇ ਜਿਹੜੇ ਸੇਵਾ ਕਰਦੇ, ਵੀ ਇਹਨਾਂ ਨੂੰ ਹੁਣ ਸੇਵਾ ਬਣਾਈਏ, ਹੁਣ ਇਹਨਾਂ ਨੇ ਹੁਕਮ ਨੂੰ ਬੁੱਝ ਲਏ ਅਤੇ ਹੁਣ ਇਹਨਾਂ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਏਗੀ, ਹੁਣ ਇਹ ਸਦਾ ਵਾਸਤੇ ਅਮਰ ਹੋ ਜਾਣਗੇ। ਇੱਥੇ ਮਹਾਰਾਜ ਕਹਿੰਦੇ ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ।
ਵੀ ਹੁਣ ਇਹਨਾਂ ਨੂੰ ਭੇਤ ਆ ਗਿਆ ਸੇਵਕ, ਹੁਣ ਇਹ ਸੇਵਕ ਬਣ ਗਏ। ਹੁਣ ਇਹਨਾਂ ਨੂੰ ਪਰਮ ਪਦ ਵੀ, ਅਮਰ ਪਦ ਵੀ ਮਿਲ ਜਾਣੀ, ਕਿਉਂਕਿ ਉਹ ਸ਼ਬਦ ਗੁਰੂ ਦੀ ਸੇਵਾ ਕਰਕੇ ਸਾਡਾ ਮਨ ਨਾਮ ਦੇ ਵਿੱਚ ਸਮਾ ਜਾਂਦਾ। ਸੁਣ ਸੁਣ ਕੇ ਅਸੀਂ ਮਾਲਕ ਦੀ ਆਵਾਜ਼ ਹੈ ਜਿਹੜੀ ਉਹਦੇ ਵਿੱਚ ਲੀਨ ਹੋ ਜਾਣਾ। ਜਦੋਂ ਲੀਨ ਹੋ ਗਏ ਸਾਡਾ ਜਨਮ ਮਰਨ ਜਿਹੜਾ ਖੰਡਨ ਹੋ ਜਾਂਦਾ। ਹਰ ਜਨ ਹਰ ਹਰ ਨਾਮ ਸਮਾਣੀ, ਦੁੱਖ ਜਨਮ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਇਹ ਜਦੋਂ ਆਪਾਂ ਨਾਮ 'ਚ ਸਮਾ ਕੇ ਜਿਹੜਾ ਜਨਮ ਮਰਨ ਸੀ ਉਹ ਖੰਡਨ ਹੋ ਗਏ ਅਤੇ ਆਪਾਂ ਸਦਾ ਵਾਸਤੇ ਅਮਰ ਹੋ ਜਾਂਦੇ। ਸੋ ਇਸ ਲਈ ਹੁਣ ਆਪਾਂ ਇਹ ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਸਿਮਰਨ ਕਰਕੇ ਸੁਣਨ 'ਚ ਜਾਣਾ। ਵਾਰ ਵਾਰ ਅਸੀਂ ਸੁਣਨ 'ਚ ਜਾਣਾ ਸਿੱਖਣਾ ਵੀ ਕਿੰਨੀ ਛੇਤੀ ਅਸੀਂ ਸੁਣਨ 'ਚ ਜਾਂਦੇ। ਫਿਰ ਸੁਣਨ ਤੋਂ ਜਾ ਕੇ ਹੀ ਆਪਣੀ ਅੱਗੇ ਭਗਤੀ ਸ਼ੁਰੂ ਹੋਣੀ। ਜਦ ਤੱਕ ਅਸੀਂ ਸੁਣਨ 'ਚ ਨਹੀਂ ਜਾਵਾਂਗੇ ਸਾਡੀ ਭਗਤੀ ਨਹੀਂ ਸ਼ੁਰੂ ਹੁੰਦੀ। ਇਸ ਵਾਸਤੇ ਫਿਰ ਆਪਣੀ ਭਗਤੀ ਹੀ ਨਾਮ ਤੋਂ ਸ਼ੁਰੂ ਹੁੰਦੀ, ਜਿਹਨੂੰ ਕਹਿੰਦੇ ਮਹਾਰਾਜ ਗੁਰਮੁਖ ਭਗਤ ਜਿਤ ਸਹਿਜ ਤੁਹਾਨੂੰ ਪੁਜੇ, ਬਿਨ ਭਗਤੀ ਮੈਲ ਨਾ ਜਾਏ। ਵੀ ਉਹ ਭਗਤੀ ਤੋਂ ਬਿਨਾਂ ਸਾਡੇ ਮਨ ਦੀ ਮੈਲ ਨਹੀਂ ਜਾਣੀ। ਇਸ ਵਾਸਤੇ ਹੁਣ ਆਪਾਂ ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ। ਤਾਂ ਕਿ ਸੰਗਤ ਕਰਕੇ ਸਾਨੂੰ ਗਿਆਨ ਤਾਂ ਹੋਵੇ ਵੀ ਸਾਡੀ ਭਗਤੀ ਸ਼ੁਰੂ ਕਿੱਥੋਂ ਹੋਣੀ, ਅਸੀਂ ਭਗਤੀ ਕਿਵੇਂ ਕਰਨੀ। ਜਦ ਤੱਕ ਸਾਨੂੰ ਗਿਆਨ ਨਹੀਂ ਹੁੰਦਾ ਸਾਨੂੰ ਤਾਂ ਭਗਤੀ ਦਾ ਹੀ ਨਹੀਂ ਪਤਾ ਵੀ ਭਗਤੀ ਕੀ ਹੈ, ਭਗਤੀ ਕਿਹਨੇ ਕਰਨੀ ਹੈ, ਕਿੱਥੋਂ ਭਗਤੀ ਹੋਣੀ ਹੈ ਜਾ ਕੇ। ਉਹ ਇਸ ਵਾਸਤੇ ਫਿਰ ਇਹ ਸਾਰਾ ਭੇਤ ਆਪਾਂ ਨੂੰ ਸਤ ਸੰਗਤ ਕਰਕੇ ਆਉਂਦਾ ਹੈ ਵੀ ਭਗਤੀ ਕੀ ਹੈ ਅਤੇ ਕਿੱਥੋਂ ਭਗਤੀ ਸਾਡੀ ਸ਼ੁਰੂ ਹੋਣੀ, ਕਿਵੇਂ ਸ਼ੁਰੂ ਹੋਣੀ, ਕਿਵੇਂ ਅਸੀਂ ਭਗਤੀ ਕਰਨੀ। ਉਹ ਫਿਰ ਆਪਾਂ ਨੂੰ ਸਾਰਾ ਹੀ ਸਤਸੰਗ 'ਚ ਭੇਤ ਦਿੱਤਾ ਜਾਂਦਾ। ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਵੀ ਜੋ ਸਾਡਾ ਸਾਰਿਆਂ ਦਾ ਮਕਸਦ ਭਗਤੀ ਕਰਨ ਵਾਸਤੇ ਹੁਣ ਇਹ ਸਾਨੂੰ ਮਾਨਸ ਜਾਮਾ ਮਿਲੇ ਹੈ ਅਤੇ ਹੁਣ ਸਾਨੂੰ ਵਾਰੀ ਮਿਲੀ ਪਰਮਾਤਮਾ ਨੂੰ ਮਿਲਣ ਵਾਸਤੇ। ਅਤੇ ਮਿਲ ਤਾਂ ਹੀ ਸਕਦੇ ਜੇ ਭਗਤੀ ਕਰਾਂਗੇ, ਅਤੇ ਭਗਤੀ ਤਾਂ ਹੀ ਕਰਾਂਗੇ ਜਿਸ ਪਹਿਲਾਂ ਸਾਨੂੰ ਗਿਆਨ ਹੋਏਗਾ ਵੀ ਭਗਤੀ ਹੈ ਕੀ ਹੈ। ਜਦ ਤੱਕ ਸਾਨੂੰ ਗਿਆਨ ਹੀ ਨਹੀਂ ਅਤੇ ਭਗਤੀ ਤਾਂ ਬਾਅਦ ਦੀ ਗੱਲ ਹੈ ਕਰਨ ਦੀ। ਇਸ ਵਾਸਤੇ ਫਿਰ ਜੇ ਸਾਨੂੰ ਇਹ ਭਗਤੀ ਦਾ ਭੇਤ ਆ ਜਾਏਗਾ, ਅਸੀਂ ਭਗਤੀ ਕਰਾਂਗੇ ਅਤੇ ਸਾਡਾ ਮਨ ਸਦਾ ਆਨੰਦ 'ਚ ਰਹੇਗਾ। ਇਉਂ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ ਹਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਵੀ ਭਗਤਾਂ ਦਾ ਮਨ ਤਾਂ ਸਦਾ ਹੀ ਆਨੰਦ 'ਚ ਰਹਿੰਦਾ, ਕਿਉਂਕਿ ਉਹ ਭਗਤੀ ਕਰਦੇ, ਉਹ ਨਾਮ ਦੇ ਨਾਲ ਜੁੜੇ ਹੋਏ ਅੰਦਰੋਂ। ਇਸ ਵਾਸਤੇ ਹੁਣ ਆਪਾਂ ਵੀ ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਸੰਗਤ ਕਰਕੇ ਭਗਤੀ ਕਰੀਏ ਤਾਂ ਕਿ ਆਪਦੇ ਜੀਵਨ ਦਾ ਲਾਹਾ ਕੱਢੀਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।